जी आए नूं प्यारे विद्यार्थियों 8th क्लास दी साइंस दी बुक दा चैप्टर नंबर 18 पोल्यूशन ऑफ एयर एंड वाटर। आओ बच्चों इस चैप्टर दा रिमेनिंग सेक्शन जो है नोट्स दा कीवर्ड्स दा वो करिए अंडर द टाइटल कीवर्ड्स पार्ट 2। सो मैं आस करदा कि पार्ट 1 आप जी ने चंगी तरह पढ़ सुन लिया होगा और नोट्स कॉपी कर रहे होंगे। सो तुसी हुण इस पार्ट नूं भी कॉपी डाउन करने लिए अपनी नोटबुक ते पेन ले लो ਤੇ ਜਿਹੜੇ ਨੋਟਸ ਤੁਹਾਨੂੰ ਸਮਝਾਏ ਜਾਣਗੇ ਉਹ ਸਾਰੇ ਤੁਸੀਂ ਕਾਪੀ ਡਾਊਨ ਕਰ ਲੈਣੇ ਨੇ ਤੇ ਬਾਅਦ ਚ ਉਹਨਾਂ ਨੂੰ ਰਿਵਾਈਜ਼ ਵੀ ਕਰ ਲੈਣਾ ਹੈ। ਸੋ ਆਓ ਸ਼ੁਰੂ ਕਰੀਏ। ਵਾਟਰ ਵਾਟਰ इज अ प्रेशियस रिसोर्स। प्रेशियस ਹੁੰਦਾ ਬੱਚੋ ਕੀਮਤੀ, रिसोर्स मैंने ਹੁੰਦਾ ਬੱਚੋ साधन, ठीक है, वसीला। सो पानी एक बड़ा ही कीमती साधन है विच इज बिकमिंग इंक्रीजिंगली स्केयर्स। स्केयर्स ਹੁੰਦਾ ਬੱਚੋ दुर्लभ, घट गया, जी मात्रा घट रही है। ਤੁਸੀਂ ਦੇਖਦੇ ਸ਼ਹਿਰਾਂ ਵਿੱਚ ਪਿੰਡਾਂ 'ਚ ਹਰ ਜਗ੍ਹਾ ਜੋ ਵਾਟਰ ਟੇਬਲ ਹੈ ਧਰਤੀ ਹੇਠਲਾ ਪਾਣੀ ਵੀ ਥੱਲੇ ਜਾਈ ਜਾ ਰਿਹਾ। ਪਾਣੀ ਦੀ ਬੜੀ ਸਮੱਸਿਆ ਆ ਰਹੀ ਸ਼ਹਿਰਾਂ 'ਚ ਤੇ ਪਾਣੀ ਆਉਂਦਾ ਹੀ ਨਹੀਂ ਹਰ ਵੇਲੇ, ਕਿਤੇ ਸਵੇਰੇ ਘੰਟੇ ਸ਼ਾਮੀ ਘੰਟੇ ਇਸ ਤਰ੍ਹਾਂ ਹੁੰਦਾ। ਕਈ ਕਲੋਨੀਆਂ ਵਿੱਚ ਲਾਈਨਾਂ ਲੱਗਦੀਆਂ ਪਾਣੀ ਦੀ ਟੂਟੀ ਤੋਂ ਪਾਣੀ ਭਰਨ ਲਈ, ਹੈ ਨਾ। ਸੋ ਇਨਕਰੀਜ਼ਿੰਗਲੀ ਸਕੇਅਰਸ, ਦਿਨ ਬਾਏ ਦਿਨ ਇਹ ਘਟਦਾ ਜਾ ਰਿਹਾ ਡਿਊ ਟੂ ਇਨਕਰੀਜ਼ ਇਨ ਪੋਪੂਲੇਸ਼ਨ। ਇੱਕ ਤੇ ਆਬਾਦੀ ਵੱਧਦੀ ਪਈ ਹੈ ਐਂਡ ਦੀ ਰਾਈਜ਼ ਇਨ ਇੰਡਸਟਰੀਅਲ ਐਂਡ ਐਗਰੀਕਲਚਰ ਐਕਟੀਵਿਟੀਜ਼। ਤੇ ਖੇਤੀਬਾੜੀ ਦਾ ਕੰਮ ਤੇ ਉਦਯੋਗ ਦਾ ਕੰਮ ਉਹਦੀ ਜਿਹੜੀ ਗਤੀਵਿਧੀਆਂ ਉਹ ਵੀ ਵਧੀ ਜਾ ਰਹੀਆਂ। ਇਸ ਕਰਕੇ ਉਹਨਾਂ ਸਾਰਿਆਂ 'ਚ ਪਾਣੀ ਦੀ ਖਪਤ ਹੁੰਦੀ ਹੈ। ਇਨ ਐਡੀਸ਼ਨ ਟੂ ਦੀ ਸ਼ਾਰਟੇਜ, ਮਤਲਬ ਕਿ ਇਕੱਲਾ ਘੱਟ ਹੀ ਨਹੀਂ ਰਿਹਾ ਪਾਣੀ, ਇਹਦੇ ਨਾਲ ਸ਼ਾਰਟੇਜ ਦੇ ਨਾਲ ਨਾਲ ਕੀ ਹੋ ਰਿਹਾ, ਵਾਟਰ ਇਜ਼ ਆਲਸੋ ਗੈਟਿੰਗ ਪੋਲਿਊਟਡ। ਪਾਣੀ ਵੀ ਦੂਸ਼ਿਤ ਹੋ ਰਿਹਾ, ਗੰਦਾ ਹੋ ਰਿਹਾ, ਇਕੱਲਾ ਘੱਟ ਨਹੀਂ ਰਿਹਾ, ਦੂਸ਼ਿਤ ਵੀ ਹੋ ਰਿਹਾ। ਜਿਵੇਂ ਪਹਿਲੇ ਸੈਕਸ਼ਨ ਵਿੱਚ ਅਸੀਂ ਪੜ੍ਹਿਆ ਸੀ 에ਅਰ ਪੋਲਿਊਸ਼ਨ ਬਾਰੇ, ਹੁਣ ਇਹਦੇ ਵਿੱਚ ਅਸੀਂ ਵਾਟਰ ਦੀ ਗੱਲ ਕਰਾਂਗੇ, ਵਾਟਰ ਪੋਲਿਊਸ਼ਨ ਬਾਰੇ, ਠੀਕ ਹੈ। ਹੁਣ ਵਾਟਰ ਪੋਲਿਊਟੈਂਟਸ, ਪਾਣੀ ਨੂੰ ਦੂਸ਼ਿਤ ਕਰਨ ਵਾਲੇ ਤੱਤ ਕਿਹੜੇ ਨੇ, ਸਬਸਟੈਂਸਿਸ ਕਿਹੜੇ ਨੇ। these substances such as sewage, ਜਿਹੜਾ ਗਟਰ ਸਾਡੇ ਟੋਇਲਟ ਚੋਂ ਜਿਹੜਾ ਨਹਾ ਕੇ ਜਾਂ ਲੈਟਰਿਨ ਦਾ ਪਿਸ਼ਾਬ ਦਾ ਪਾਣੀ ਜਿਹੜਾ ਫਲਸ਼ ਕਰਦੇ ਹਾਂ ਅਸੀਂ, ਇਹਨੂੰ ਜਿਹੜਾ ਗਟਰ ਰਾਹੀਂ ਜਾਂਦਾ ਹੈ ਨਾ, ਸੂਏਜ। ਫਿਰ ਟੌਕਸਿਕ ਕੈਮੀਕਲਸ, ਜ਼ਹਿਰੀਲੇ ਕੈਮੀਕਲ, ਰਸਾਇਣ ਜਿਹੜੇ, ਤੇ ਸਿਲਟ ਜਿਹੜਾ ਬਰੀਕ ਪਤਲਾ ਚਿਪਚਿਪਾ ਜਿਹੜਾ ਚਿੱਕੜ ਜਿਹਾ ਬਣ ਜਾਂਦਾ ਹੈ ਨਾ ਪਾਣੀ ਖੜਾ ਰਹਿ ਰਹਿ ਕੇ, ਐਟਸੈਟਰਾ। that contaminate water, ਜਿਹੜੇ ਕਿ ਪਾਣੀ ਨੂੰ ਦੂਸ਼ਿਤ ਕਰਦੇ ਨੇ, are called water pollutants. These pollutants spoil the water's quality, ਇਹ ਪਾਣੀ ਦਾ ਜਿਹੜੀ ਗੁਣਵੱਤਾ ਹੈ ਉਹਨੂੰ ਖਰਾਬ ਕਰ ਦਿੰਦੇ ਨੇ, and change its smell and color, ਅਤੇ ਪਾਣੀ ਦੀ ਜੋ ਸਮੈਲ ਹੈ ਉਹਨੂੰ ਬਦਲ ਦਿੰਦੇ ਨੇ ਅਤੇ ਉਹਦਾ ਰੰਗ ਹੈ ਉਹਨੂੰ ਵੀ ਬਦਲ ਦਿੰਦੇ ਨੇ, ਠੀਕ ਹੈ। Water pollution can be easily understood with the help of of the river ਗੰਗਾ। ਮਤਲਬ ਗੰਗਾ ਦਾ ਇੱਕ ਉਦਾਹਰਨ ਲੈ ਕੇ ਅਸੀਂ ਸਮਝਾਂਗੇ ਕਿ ਵਾਟਰ ਪੋਲਿਊਸ਼ਨ ਕੀ ਹੈ, ਕਿਉਂਕਿ ਗੰਗਾ ਜਿਹੜੀ ਨਦੀ ਹੈ ਇਹਦਾ ਪੋਲਿਊਸ਼ਨ ਇੱਕ ਬੜਾ ਵੱਡਾ ਇਸ਼ੂ, ਬੜਾ ਵੱਡਾ ਚਿੰਤਾ ਦਾ ਵਿਸ਼ਾ ਹੈ। ਮਤਲਬ ਕੇਂਦਰ ਸਰਕਾਰ ਦੇ ਪੱਧਰ ਤੇ ਐਟ ਦੀ ਲੈਵਲ ਆਫ ਸੈਂਟਰਲ ਗਵਰਨਮੈਂਟ, ਸਟੇਟ ਗਵਰਨਮੈਂਟਸ, ਬੜੀ ਵੱਡੀ ਮਤਲਬ ਕਿ ਨਾ ਸਮੱਸਿਆ ਬਣੀ ਹੋਈ ਹੈ। ਸੋ ਅਗਰ ਅਸੀਂ ਇਹ ਗੰਗਾ ਦਾ ਉਦਾਹਰਨ ਲੈ ਕੇ ਸਮਝਾਂਗੇ ਤਾਂ ਸਾਨੂੰ ਵਾਟਰ ਪੋਲਿਊਸ਼ਨ ਦੀ ਗੱਲ ਈਜ਼ੀਲੀ ਸਮਝ ਆ ਜਾਏਗੀ, ਠੀਕ ਹੈ। ਸੋ ਗੰਗਾ ਇਜ਼ ਵਨ ਆਫ ਦੀ ਮੋਸਟ ਫੇਮਸ ਰਿਵਰਸ ਆਫ ਇੰਡੀਆ। ਸਾਡੇ ਦੇਸ਼ ਬਹੁਤ ਸਾਰੀਆਂ ਨਦੀਆਂ ਨੇ, ਪਰ ਸਾਰੀ ਨਦੀਆਂ ਵਿੱਚੋਂ ਸਭ ਤੋਂ ਮਸ਼ਹੂਰ ਨਦੀ ਇਹ ਇੱਕ ਮੰਨੀ ਜਾਂਦੀ ਹੈ, ਠੀਕ ਹੈ, ਵਨ ਆਫ ਦਾ ਮਸ਼ਹੂਰ ਨਦੀਆਂ ਚੋਂ। ਮਿਲੀਅਨਸ ਆਫ ਪੀਪਲ, ਲੱਖਾਂ ਲੋਕ, ਇਨ ਦੀ ਨਾਰਦਰਨ, ਉੱਤਰੀ, ਸੈਂਟਰਲ, ਕੇਂਦਰੀ ਐਂਡ ਈਸਟਰਨ, ਪੂਰਬੀ ਇੰਡੀਆ, ਭਾਰਤ ਦਾ ਸੈਂਟਰਲ ਹਿੱਸਾ, ਨਾਰਦਰਨ ਹਿੱਸਾ, ਈਸਟਰਨ ਹਿੱਸਾ, ਇਹ 'ਤੇ ਡਿਪੈਂਡ ਕਰਦੇ ਨੇ। ਉਹਨਾਂ ਦਾ ਜੀਵਨ ਇਹ ਤੋਂ ਬਿਨਾਂ ਮੁਮਕਿਨ ਨਹੀਂ ਹੈਗਾ। ਉਹਨਾਂ ਦੀ ਜ਼ਿੰਦਗੀ ਇਸ ਨਦੀ ਨਾਲ ਜੁੜੀ ਹੋਈ ਹੈ। ਫॉर देयर डेली नीड्स, ਰੋਜ਼ ਦੀਆਂ ਜ਼ਰੂਰਤਾਂ, ਐਂਡ ਲਾਈਵਲੀਹੁੱਡ, ਲਾਈਵਲੀਹੁੱਡ ਰੋਜ਼ੀ ਰੋਟੀ। However, पर a recent study, मतलब जो पिछे जो स्टडी हुई है थोड़ा चिर पहले, a recent study by the कहते नालों कहने की स्टडी है वाली वर्ल्ड वाइड फंड फॉर नेचर, कुदरत वास्ते, मतलब जो एक वर्ल्ड वाइड फंड बनया हुआ है, एक संस्था बनी हुई है, हैज़ फाउंड दैट गंगा इज वन ऑफ द 10 मोस्ट इंडेंजर्ड रिवर्स इन द वर्ल्ड। पूरी दुनिया विचों ਜਿਹੜੀਆਂ 10 ਨਦੀਆਂ ਖਤਮ ਹੋਣ ਕਿਨਾਰੇ ਨੇ, ਤਬਾਹ ਹੋਣ ਕਿਨਾਰੇ ਨੇ, ਉਹ 10 ਨਦੀਆਂ ਵਿੱਚੋਂ ਇੱਕ ਨਦੀ ਗੰਗਾ ਹੈ। ਦਿਸ ਇਨਫੇਮੀ ਹੁੰਦਾ ਬਦਨਾਮੀ। ਇਹ ਬੱਚੋ ਕੋਈ ਮਾਣ ਵਾਲੀ ਗੱਲ ਤੇ ਨਹੀਂ ਨਾ, ਮਤਲਬ ਕਿ ਸਾਰੀ ਦੁਨੀਆ ਵਿੱਚੋਂ ਕਿੰਨੀਆਂ ਨਦੀਆਂ ਨੇ ਤੇ ਉਹਨਾਂ ਵਿੱਚੋਂ ਜਿਹੜੀ 10 ਨਦੀਆਂ ਖਤਮ ਹੋਣ ਕਿਨਾਰੇ ਨੇ, ਤਬਾਹ ਹੋਣ ਕਿਨਾਰੇ ਨੇ, ਉਹ 10 ਨਦੀਆਂ ਵਿੱਚੋਂ ਗੰਗਾ ਦਾ ਨਾਮ ਹੈ। ਤੇ ਕਹਿੰਦੇ ਦਿਸ ਇਨਫੇਮੀ, ਇਹ ਬਦਨਾਮੀ, ਇਜ਼ ਰਿਜ਼ਲਟ, ਕਿਹਦਾ ਨਤੀਜਾ, ਡਿਕੇਡਸ, ਦਹਾਕੇ, ਕਈ ਦਹਾਕਿਆਂ ਤੋਂ। ਡਿਕੇਡ ਹੁੰਦਾ ਬੱਚੋ 10 ਸਾਲ ਦੇ ਪੀਰੀਅਡ ਨੂੰ ਕਿਹਾ ਜਾਂਦਾ ਡਿਕੇਡ।
ਕਈ ਦਹਾਕਿਆਂ ਤੋਂ, ਪੰਜਾਬੀ 'ਚ ਕਹਿੰਦੇ ਦਹਾਕਾ, ਅੰਗਰੇਜ਼ੀ 'ਚ ਕਹਿੰਦੇ ਡੈਕੇਡਸ। ਸੋ ਡੈਕੇਡ ਇਜ਼ ਅ ਪੀਰੀਅਡ ਆਫ 10 years, ਠੀਕ ਹੈ। ਸੋ ਦਿਸ ਇਨਫੇਮੀ ਇਜ਼ ਰਿਜ਼ਲਟ ਆਫ ਡਿਕੇਡਸ ਆਫ, ਕਈ ਦਹਾਕਿਆਂ ਤੋਂ ਨੈਗਲੀਜੈਂਸ ਹੁੰਦਾ ਬੱਚੋ, ਮਤਲਬ ਕਿ ਨਲਾਇਕੀ, ਇਰਰਿਸਪੌਂਸਿਬਿਲਿਟੀ, ਲਾਪਰਵਾਹੀ, ਕਰਪਸ਼ਨ, ਭ੍ਰਿਸ਼ਟਾਚਾਰ ਐਂਡ ਇਲਿਟਰੇਸੀ, ਅਨਪੜ੍ਹਤਾ। ਇਹਦੇ ਕਰਕੇ ਇਹ ਜਿਹੜਾ ਹੈ, ਇਹ ਸਾਨੂੰ ਜਿਹੜਾ ਟਾਈਟਲ ਮਿਲਿਆ, ਇਹ ਬਦਨਾਮੀ ਅਸੀਂ ਖੱਟੀ ਹੈ, ਠੀਕ ਹੈ, ਇੰਡੀਆ ਨੇ। ਅੱਗੇ ਚਲੀਏ। ਦੀ ਟਾਊਨਸ ਐਂਡ ਸਿਟੀਜ਼, ਸ਼ਹਿਰ ਅਤੇ ਕਸਬੇ ਜਿਹੜੇ ਨੇ, ਥਰੂ ਵਿਚ ਦਾ ਰਿਵਰ ਫਲੋਜ਼, ਜਿਹਦੇ ਰਾਹੀਂ ਇਹ ਗੰਗਾ ਨਦੀ ਲੰਘ ਕੇ ਜਾਂਦੀ ਹੈ, ਉਹ ਕੀ ਕਰਦੇ ਨੇ, ਦੇ ਥਰੂ ਲਾਰਜ ਕੁਆਂਟੀਟੀਜ਼ ਆਫ ਗਾਰਬੇਜ, ਸਾਰਾ ਕਚਰਾ ਗੰਦ ਘਰ ਦਾ ਉਹ ਇਸ ਨਦੀ ਵਿੱਚ ਸੁੱਟਦੇ ਨੇ। ਕਿਉਂਕਿ ਬੱਚੋ ਗੰਗਾ ਨਦੀ ਦੇ ਕਿਨਾਰੇ ਬੜੇ ਸਾਰੇ ਸ਼ਹਿਰ, ਬੜੇ ਸਾਰੇ ਪਿੰਡ ਤੇ ਬੜੇ ਸਾਰੇ ਕਸਬੇ ਨੇ। ਜੋ ਹਿਮਾਲਿਆ ਤੋਂ ਸ਼ੁਰੂ ਹੁੰਦੀ ਲੰਘਦੀ ਹੈ ਤੇ ਇਹਦੇ ਕਿਨਾਰੇ ਬੜੇ ਸਾਰੇ ਸ਼ਹਿਰ ਕਿਨਾਰੇ ਲੋਕ ਨੇ, ਤੇ ਉਹ ਕੀ ਕਰਦੇ, ਚੁੱਕ ਕੇ ਸਾਰਾ ਗੰਦ ਜਿਹੜਾ ਹੈ ਆਪਣੇ ਘਰਾਂ ਦਾ ਇਹਦੇ ਸੁੱਟ ਦਿੰਦੇ ਨੇ। ਅਨਟ੍ਰੀਟਡ ਸੂਵੇਜ, ਟਾਇਲਟ, ਲੈਟਰਿਨ, ਪਿਸ਼ਾਬ, ਨਹਾਉਣ ਧੋਣ ਦਾ ਜਿਹੜਾ ਪਾਣੀ, ਜਿਹੜਾ ਗੰਦਾ ਅਸੀਂ ਨਹਾ ਕੇ, ਅਸੀਂ ਜਿਹੜਾ ਸਾਬਣ ਵਾਲਾ ਪਾਣੀ, ਸਰਫ ਵਾਲਾ ਪਾਣੀ, ਕੱਪੜੇ ਧੋਣ ਵਾਲਾ, ਸਭ ਕੁਝ ਸਿੱਧਾ ਡਾਇਰੈਕਟ ਨਦੀ 'ਚ ਵਿਦਆਊਟ ਐਨੀ ਟ੍ਰੀਟਮੈਂਟ। ਹੁਣ ਲੱਖਾਂ ਬੰਦੇ ਨੇ ਬੱਚੋ, ਸਾਰਾ ਇਸ ਨਦੀ ਵਿੱਚ ਜਾਂਦਾ ਹੈ। ਐਂਡ ਡੈਡ ਬੋਡੀਜ਼, ਤੇ ਕਈ ਜਲ ਪ੍ਰਵਾਹ ਵੀ ਕਰ ਦਿੰਦੇ ਨੇ ਮੁਰਦਿਆਂ ਨੂੰ, ਡੈਡ ਬੋਡੀਜ਼ ਨੂੰ। ਐਂਡ ਮੈਨੀ ਅਦਰ ਹਾਰਮਫੁਲ ਥਿੰਗਸ, ਹੋਰ ਵੀ ਬਹੁਤ ਸਾਰੀਆਂ ਜ਼ਹਿਰੀਲੀ ਚੀਜ਼ਾਂ, ਨੁਕਸਾਨਦਾਇਕ ਚੀਜ਼ਾਂ ਨਦੀ ਸਿੱਟਦੇ ਨੇ। ਇਹ ਤੁਸੀਂ ਦੇਖੋ ਬੱਚੋ, ਵਾਟਰ ਪੋਲਿਊਸ਼ਨ ਕਿਵੇਂ ਹੁੰਦਾ ਹੈ, ਡਾਇਰੈਕਟਲੀ ਇਨਟੂ ਦਾ ਰਿਵਰ, ਸਿੱਧਾ ਰਿਵਰ ਵਿੱਚ। ਇਨ ਫੈਕਟ ਦਾ ਰਿਵਰ ਇਜ਼ ਡੈਡ ਐਟ ਮੈਨੀ ਪਲੇਸਿਸ ਵੇਅਰ ਦੀ ਪੋਲਿਊਸ਼ਨ ਲੈਵਲਸ ਆਰ ਸੋ ਹਾਈ ਦੈਟ ਐਕੁਐਟਿਕ ਲਾਈਫ ਕੈਨੋਟ ਸਰਵਾਈਵ। ਕਈ ਇਲਾਕਿਆਂ ਵਿੱਚ ਤੇ ਬੱਚਿਓ ਇਹ ਵੇ ਕਿ ਰਿਵਰ ਨੂੰ ਕਿਹਾ ਜਾਂਦਾ ਡੈਡ ਹੈ। ਡੈਡ ਰਿਵਰ ਕਿਉਂ ਕਿਹਾ ਜਾਂਦਾ? ਉਸ ਏਰੀਏ ਵਿੱਚ ਕੋਈ ਫਿਸ਼, ਕੋਈ ਜੀਵ ਜੰਤੂ, ਕੋਈ ਪਾਣੀ ਵਿੱਚ ਰਹਿਣ ਵਾਲੀ ਜ਼ਿੰਦਗੀ ਨਹੀਂ ਮਿਲਦੀ। ਐਕੁਐਟਿਕ ਮੈਨੇ ਰਿਲੇਟਿਡ ਟੂ ਵਾਟਰ, ਐਕੁਐਟਿਕ ਲਾਈਫ ਮੈਨੇ ਜਿਹੜੇ ਜੀਵ ਸਮੁੰਦਰ ਵਿੱਚ ਰਹਿੰਦੇ ਨੇ, ਪਾਣੀ ਵਿੱਚ ਰਹਿੰਦੇ ਨੇ, ਉਹ ਕੋਈ ਵੀ ਜੀਵ, ਕੋਈ ਮੱਛੀ, ਕੋਈ ਮੇਂਢਕ, ਕੋਈ ਟਾਰਟਵਾਈਜ਼, ਜਾਂ ਕੋਈ ਤੁਹਾਡਾ ਕਹਿ ਲਓ ਕਰੋਕੋਡਾਈਲ, ਕੋਈ ਹੋਰ ਜਾਨਵਰ, ਛੋਟਾ ਮੋਟਾ ਵੱਡਾ, ਕੋਈ ਵੀ ਉਸ ਏਰੀਏ ਵਿੱਚ ਨਹੀਂ ਮਿਲਦਾ। ਕਿਉਂਕਿ ਪੋਲਿਊਸ਼ਨ ਇੰਨਾ ਜ਼ਿਆਦਾ ਹੈ, ਉਹ ਸਾਰੇ ਜਾਨਵਰ ਮਰ ਚੁੱਕੇ ਨੇ, ਉੱਥੇ ਸਰਵਾਈਵ ਵੀ ਨਹੀਂ ਕਰ ਸਕਦੇ। ਇਸ ਕਰਕੇ ਉਹ ਏਰੀਆਜ਼ ਵਿੱਚ ਕਿਹਾ ਜਾਂਦਾ ਦਿਸ ਰਿਵਰ ਇਜ਼ ਡੈਡ, ਦੇ ਕੈਨੋਟ ਸਰਵਾਈਵ, ਜੀਂਦੇ ਰਹਿ ਨਹੀਂ ਸਕਦੇ। ਫਿਰ ਕਹਿੰਦੇ ਗੰਗਾ ਐਕਸ਼ਨ ਪਲਾਨ ਵਾਜ਼ ਲਾਂਚਡ ਇਨ 1985। ਹੁਣ ਦੇਖੋ ਕਿੰਨੀ ਪੁਰਾਣੀ ਗੱਲ ਹੈ, 85, ਇਹ 2020 ਚੱਲ ਰਿਹਾ ਨਾ। ਉਸ ਵੇਲੇ ਗੰਗਾ ਐਕਸ਼ਨ ਪਲਾਨ ਲਾਂਚ ਕੀਤਾ ਗਿਆ ਸੀ। ਉਸ ਵੇਲੇ ਦੀ ਇਹ ਹਾਲਤ ਇੰਨੀ ਵਿਗੜ ਚੁੱਕੀ ਸੀ, ਠੀਕ ਹੈ, ਟੂ ਰਿਡਿਊਸ ਦੀ ਪੋਲਿਊਸ਼ਨ ਲੈਵਲਸ ਇਨ ਦਾ ਰਿਵਰ, ਪੋਲਿਊਸ਼ਨ ਲੈਵਲ ਨੂੰ ਘਟਾਇਆ ਜਾਏ, ਪਰ ਕੁਝ ਨਹੀਂ ਹੋਇਆ। ਬਟ ਦੀ ਇਨਕਰੀਜ਼ਿੰਗ ਪਾਪੂਲੇਸ਼ਨ, ਵੱਧਦੀ ਹੋਈ ਆਬਾਦੀ, ਐਂਡ ਇੰਡਸਟਰੀਅਲਾਈਜੇਸ਼ਨ, ਉਦਯੋਗੀਕਰਨ, ਹੈਵ ਆਲਰੇਡੀ ਡੈਮੇਜ ਦਿਸ ਮਾਈਟੀ ਰਿਵਰ ਬਿਯੋਂਡ ਰਿਪੇਅਰ। ਐਕਸਪਰਟਸ ਇਹ ਕਹਿੰਦੇ ਨੇ ਕਿ ਇਹ ਰਿਵਰ ਜਿਹੜੀ ਹੈ ਬੱਚਿਓ, ਇਟ ਹੈਜ਼ ਬੀਨ ਡੈਮੇਜਡ ਬਿਯੋਂਡ ਰਿਪੇਅਰ, ਇਹ ਇੰਨੀ ਜਲਦੀ ਇਹਦਾ ਇਲਾਜ ਨਹੀਂ ਹੋ ਸਕਦਾ। ਜੋ ਨੁਕਸਾਨ ਅਸੀਂ ਕਰ ਚੁੱਕੇ ਹਾਂ ਆਪਣੀ ਨਲਾਇਕੀ ਕਰਕੇ, ਆਪਣੀ ਗੈਰ ਜ਼ਿੰਮੇਵਾਰੀ ਕਰਕੇ, ਸਾਡੀ ਅਨਪੜ੍ਹਤਾ ਕਰਕੇ, ਸਾਡੀ ਜਹਾਲਤ ਕਰਕੇ, ਸਾਡੀ ਮੂਰਖਤਾ ਕਰਕੇ, ਜੋ ਅਸੀਂ ਆਪਣੇ ਦੇਸ਼ ਦੀ ਹੈ, ਇਹਨੂੰ ਕਹਿੰਦੇ ਵੀ ਬੱਚੋ ਇਹ ਸਾਡੇ, ਜਿਵੇਂ ਸਾਡੀ ਸਰੀਰ ਦੇ ਵਿੱਚ ਖੂਨ ਦੀਆਂ ਨਾੜੀਆਂ ਚੱਲਦੀਆਂ ਨੇ, ਸੋ ਜਿਹੜੀ ਨਦੀਆਂ ਹੁੰਦੀਆਂ ਇਹ ਦੇਸ਼ ਦੀਆਂ ਖੂਨ ਦੀਆਂ ਨਾੜੀਆਂ ਹੁੰਦੀਆਂ, ਇੱਕ ਕਿਸਮ ਜੀਵਨ ਹੁੰਦਾ, ਇਹਦਾ ਅਸੀਂ ਸਤਿਆਨਾਸ਼ ਕਰ ਦਿੱਤਾ ਹੈ, ਠੀਕ ਹੈ। ਅੱਗੇ ਚਲੋ, ਦੀ ਗੰਗਾ ਐਟ ਕਾਨਪੁਰ, ਹੁਣ ਇੱਕ ਉਹਨਾਂ ਨੇ ਐਗਜ਼ਾਮਪਲ ਲਿਆ ਕਾਨਪੁਰ ਦਾ। ਇਟਸ ਅ ਟਾਊਨ ਇਨ ਕਾਨਪੁਰ ਇਨ ਉੱਤਰ ਪ੍ਰਦੇਸ਼। ਦੀ ਗੰਗਾ ਐਟ ਕਾਨਪੁਰ, ਕਾਨਪੁਰ ਚੋਂ ਲੰਘ ਕੇ ਜਾਂਦੀ ਹੈ ਨਦੀ ਹੈ ਬੜੀ, ਇਨ ਉੱਤਰ ਪ੍ਰਦੇਸ਼ ਹੈਜ਼ one of the most polluted stretches of the river। ਮਤਲਬ ਇੰਨੀ ਲੰਬੀ ਨਦੀ ਜਿਹੜੀ ਹੈ, ਇਹ ਜਿਉਂ ਹਿਮਾਲਿਆ ਤੋਂ ਸ਼ੁਰੂ ਹੋ ਕੇ ਇਹ ਕਲਕੱਤੇ ਤੋਂ ਬੰਗਾਲ ਦੀ ਖਾੜੀ ਵਿੱਚ ਖਤਮ ਹੁੰਦੀ ਹੈ। ਕਹਿੰਦੇ ਉੱਤਰ ਪ੍ਰਦੇਸ਼ ਦਾ ਕਾਨਪੁਰ ਦਾ ਇਲਾਕਾ ਹੈ, ਉਹ ਸਭ ਤੋਂ ਜਿਹੜਾ ਏਰੀਆ ਹੈ ਇਸ ਨਦੀ ਦਾ ਸਭ ਤੋਂ ਜ਼ਿਆਦਾ ਪੋਲਿਊਟਡ ਏਰੀਆ ਹੈ। ਕਾਨਪੁਰ ਇਜ਼ ਵਨ ਆਫ ਦੀ ਮੋਸਟ ਪੋਪੂਲੇਟਿਡ ਟਾਊਨਸ ਇਨ ਯੂਪੀ। ਤੇ ਯੂਪੀ ਦੇ ਵਿੱਚ ਜਿਹੜੇ ਅਲੱਗ-ਅਲੱਗ ਸ਼ਹਿਰ ਕਸਬੇ ਨੇ, ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਵਿੱਚੋਂ ਪੋਪੂਲੇਟਿਡ ਵਿੱਚੋਂ ਇੱਕ ਹੈ। ਮਤਲਬ ਇੱਥੇ ਪੋਪੂਲੇਸ਼ਨ ਡੈਂਸਿਟੀ ਬਹੁਤ ਜ਼ਿਆਦਾ ਹੈਗੀ ਹੈ। ਪੀਪਲ ਕੈਨ ਬੀ ਸੀਨ, ਕਹਿੰਦੇ ਆਮ ਦੇਖਿਆ ਜਾ ਸਕਦਾ ਹੈ ਕਿ ਲੋਕੀ ਉੱਥੇ ਨਹਾ ਰਹੇ ਨੇ। ਹੁਣ ਨਹਾਉਣਗੇ ਤੇ ਸਾਬਣ ਦਾ ਕੈਮੀਕਲ ਜਿਹੜੇ ਕਾਸਟਿਕ ਸਭ ਜਾ ਰਿਹਾ, ਪਾਣੀ ਵਿੱਚ ਜਾ ਰਿਹਾ। ਵਾਸ਼ਿੰਗ ਕਲੋਥਸ, ਡਿਟਰਜੈਂਟ ਦੇ ਨਾਲ, ਸਾਬਣ ਦੇ ਨਾਲ, ਸਰਫ ਦੇ ਨਾਲ, ਹੈ ਨਾ, ਉਹ ਉੱਥੇ ਕੱਪੜੇ ਵੀ ਧੋ ਰਹੇ ਹੁੰਦੇ ਨੇ, ਉਹ ਸਾਰਾ ਪਾਣੀ ਗੰਗਾ ਜਾ ਰਿਹਾ। ਡੈਫੀਕੇਟਿੰਗ ਮਲ ਮੂਤਰ ਤਿਆਗਣਾ, ਡੈਫੀਕੇਸ਼ਨ ਜਿਹਨੂੰ ਜੰਗਲ ਪਾਣੀ ਕਹਿ ਦਿੰਦੇ ਆਪਾਂ, ਲੈਟਰਿਨ ਕਰਨੀ। ਡੈਫੀਕੇਟਿੰਗ ਇਨ ਦ ਰਿਵਰ, ਸਿੱਧਾ ਰਿਵਰ ਦੇ ਵਿੱਚ। ਦੇ ਆਲਸੋ ਥਰੋ ਗਾਰਬੇਜ, ਕਚਰਾ ਵੀ ਸਿੱਟਦੇ ਨੇ, ਪੋਲੀਥੀਨ ਦੇ ਬੈਗ ਸਿੱਟ ਦਿੰਦੇ ਨੇ, ਹੋਰ ਜਿਹੜੀਆਂ ਸਬਜ਼ੀਆਂ, ਘਰ ਦਾ ਜਿਹੜਾ ਰਸੋਈ ਦਾ ਜਿਹੜਾ ਖਾਣਾ ਜਾਂ ਹੋਰ ਗੰਦਮੰਦ ਜੋ ਹੈ ਸਭ, ਹੈ ਨਾ, ਟੁੱਟੀਆਂ ਚੱਪਲਾਂ, ਕੋਈ ਕੱਪੜੇ, ਫਟੇ ਪੁਰਾਣੇ ਕੱਪੜੇ, ਇਹ ਸਭ ਗੰਦਮੰਦ ਜਿਹੜਾ ਉੱਥੇ ਸਿੱਟਦੇ ਨੇ। ਫਲਾਵਰਸ,
क्योंकि वो पूजा पाठ का बड़ा इंडिया चक्कर है, कर्म कांड का बड़ा चक्कर, आइडोल्स बुत बने होंगे ने, मूर्तियां ऑफ गॉड्स एंड गॉडेसिस, गणेश की, माता वैष्णो देवी की, वो करते हैं, जल प्रवाह करते हैं, विसर्जन करते हैं। वो बच्चों जी मिट्टी बनी होंगी प्लास्टर ऑफ पेरिस, वो भी पोल्यूशन करता है। वो जो पेंट किया होंगे, वो पेंट के मरकरी होंगे, वो लैड होंगे, लैड बेस्ड पेंट्स, मरकरी बेस्ड पेंट्स, वो सारे बड़े जहरीले होंगे ने, दे आर ऑल पॉइजनस। सो जो वो जो कैमिकल्स रिवर में जाते हैं, पेंट्स में लगे हुए हैं, वो भी उन्होंने पोल्यूशन हो जाता है, पानी गंदला जहरीला हो जाता है। एंड नॉन बायोडिग्रेडेबल, जोड़ा कि बायोडिग्रेड नहीं होता, वो की है पॉलीथीन बैग्स, ऐसी पढ़ चुके हैं पहले, जोड़ा असी प्लास्टिक का चैप्टर किया है ना, इनटू द रिवर। इस तरह के असी लोग हाँ बच्चों, देखो यह साडी हरकतां ने, असी अपनी नदी का की हाल किया। ठीक है, एट कानपुर दी अमाउंट ऑफ वाटर इज कंपैरेटिवली स्मॉल, क्योंकि सारी जगह ते गंद वंद ने घेर रही है, उत्थे पानी भी घट है एंड दी फ्लो ऑफ द रिवर इज वेरी स्लो। जो बच्चों इन्ना गंद आ जाएगा तो रिवर का फ्लो भी घट जाए, रिवर का फ्लो घटे तो गंद होर ज़्यादा मल्टीप्लाई होगा। इट इज़ मतलब कि एग्रेवेटिंग दी प्रॉब्लम होर ज़्यादा वड्डी हो रही है। इतने पानी भी घट है कानपुर ते रिवर का फ्लो भी स्लो है। इन एडिशन हुण अगे देखो होर समस्या की है, तो लोगों की है। कानपुर हैज़ मोर दैन 5000 इंडस्ट्रीज, 5000 तो भी ज़्यादा उत्थे उद्योग ने कानपुर के विच। तो उन्होंने किहड़े किहड़े हैगे ने, दीज इनकलूड फर्टिलाइजर, उत्थे फर्टिलाइजर भी बनते हैं, डिटर्जेंट, जोड़े तुहाडे अपने जिन्होंने कपड़े धोने, लैदर चमड़े का काम, वो तो लैदर जैकेट्स, लैदर शूज़, लैदर ग्लव्स है ना, तो होर बड़ा कुछ लैदर का, लैदर पर्सिस, बड़ा कुछ बनता है, एक्सपोर्ट भी होंगे है बड़ा। एंड पेंट इंडस्ट्रीज, पेंट बनता है अपने सारी इंडस्ट्रीज बच्चों जोड़े है, ये जिले मशीना अंदर फैक्ट्रियां हैं तो गंदा पानी, गंदे कैमिकल्स निकलते हैं। सो दीज इंडस्ट्रीयल यूनिट्स, ये जो इंडस्ट्रियां ने 5000 तो ज़्यादा, दे डिस्चार्ज टॉक्सिक कैमिकल वेस्ट इनटू द रिवर, सीधा पानी में नदी में सुट देंगे ने गंद मंद। मैनी इंडस्ट्रीज डिस्चार्ज हार्मफुल कैमिकल्स इनटू रिवर्स एंड स्ट्रीम्स। स्ट्रीम्स होंगे बच्चों वाह वहन, छोटे वहन, छोटी रिवर जी रिवर की ब्रांचेज निकलती हैं, कॉजिंग द पोल्यूशन ऑफ वाटर, सारा कैमिकल वो सुट देंगे। Examples are oil refineries, paper factories, textile, sugar mills, and chemical factories. These industries cause chemical contamination of water. तो ये देख लो बच्चों वाटर पोल्यूशन किमें होता है तो कितनी वड्डी समस्या है। फिर कहते हैं दी केमिकल्स रिलीज इंक्लूडिंग आर्सेनिक, है बच्चों एक मैटल है वेरी पॉइजनस। ठीक है, लैड दसिया जिदा ना, अनलैडेड पेट्रोल क्या सी, लैड भी होंगे ये, एंड फ्लोराइड्स विच लीड टू टॉक्सीसिटी इन प्लांट्स एंड एनीमल्स। हम बच्चों जो प्लांट्स है पानी के नदी या एनीमल्स ने, दे कैनॉट सर्वाइव, और रिवर डेड हो गई उत्थे है ना। देयर आर रेगूलेशंस टू प्रिवेंट दिस, कानून तो बने हुए हैं, रेगूलेशन मीनस रूल्स आर देयर टू भी है जी फैक्ट्रियां ने इस तरह ना करन, पर करप्शन हैगी है। वो पोल्यूशन इंस्पैक्टर पैसे ले लेंदा, सर्टिफिकेट दे देंदा तो सुट देंदे ने, साडे देश की ट्रैजेडी हैगी है। इंडस्ट्रीज आर सपोज टू ट्रीट दी वेस्ट प्रोड्यूस्ड बिफोर डिस्चार्जिंग इट इनटू दी वाटर्स। कहते कानून तो है कि जो इंडस्ट्रीज हैगियां ने वो पहले पानी में ट्रीट करे, पानी में ट्रीट करके वो सारे जोड़े टॉक्सिक कैमिकल्स ने वो कढ़ दे, तो पानी में साफ करके फिर नदी में पाए, पर करते नहीं है इस तरह। बट क्वाइट ऑफटन दी रूल्स आर नॉट फॉलोड, कानून को मनिया नहीं जाता। दी सॉइल इज आल्सो अफेक्टेड बाय इम्प्योर वाटर। हुण बच्चों जो पानी गंदा, इनू फिर खेती लिए वरत्या जाएगा, तो की होएगा, वो फिर जी सॉइल हैगी है मिट्टी वो भी गंदली हो जाती, वो भी कैमिकल्स जान, कॉजिंग चेंजेस इन एसिडिटी, ग्रोथ ऑफ वॉर्म्स, गलत टाइप के कीड़े मकोड़े बनते हैं, एसिडिटी बढ़ जाती है। नाउ द गवर्नमेंट ऑफ इंडिया हैज़ लॉन्च्ड नेशनल मिशन फॉर क्लीन गंगा इन 2016। पहले कानून कुछ बनया नहीं तो हुण बनाता एक 2016 में नेशनल मिशन फॉर क्लीन गंगा। पर बच्चों आज 2020 है, हाले तक कोई भी सार्थक या मतलब कि असी कोई कह नहीं सकते कि जिन्होंने मतलब कि परसेप्टिबल कोई फर्क नज़र आया हो, हाल तक कोई सुधार नहीं हुआ। अगला आ गया बच्चों वाटर पोल्यूशन बाय पेस्टिसाइड्स एंड वीडीसाइड्स। यह बच्चों असी पहला चैप्टर से जोड़ा शायद क्रॉप्स का, वो असी किया पेस्टिसाइड्स विच आर यूज फॉर किलिंग दी पेस्ट्स, कीड़े मकोड़े। वीडीसाइड्स जी वीड्स होंगे हार्मफुल प्लांट्स होंगे ने उन्होंने मारन लई। ठीक है, यह बड़ा जरूरी है साडे लई। देखो वी यूज पेस्टिसाइड्स एंड वीडीसाइड्स फॉर दी प्रोटेक्शन ऑफ क्रॉप्स, अपनी फसलों को बचाने लिए यूज करते हैं। दे आर वेरी इंपॉर्टेंट एंड इसेंशियल फॉर आवर एग्रीकल्चरल एक्टिविटीज़। साडी एग्रीकल्चर की गतिविधि लिए जरूरी भी ने तो महत्वपूर्ण भी ने दोनों चीज़ां।
ਹਾਊਐਵਰ ਪਰ ਇਹਦਾ ਨੁਕਸਾਨ ਵੀ ਹੈਗਾ। ਸੋ ਇਸ ਕਰਕੇ ਸਾਨੂੰ ਬੜੇ ਧਿਆਨ ਨਾਲ, ਸੰਜਮ ਨਾਲ, ਡਿਸਿਪਲਿਨ ਦੇ ਨਾਲ ਤੇ ਸਿਆਣਪ ਨਾਲ ਇਹਨਾਂ ਨੂੰ ਵਰਤਣਾ ਚਾਹੀਦਾ ਹੈ। ਸੋ ਹਾਊਐਵਰ ਥੀਸ ਕੈਮੀਕਲਸ ਡਿਜ਼ੋਲਵ ਇਨ ਵਾਟਰ ਐਂਡ ਆਰ ਵਾਸ਼ਡ ਇਨਟੂ ਵਾਟਰ ਬੋਡੀਜ਼ ਫਰੋਮ ਦ ਫੀਲਡਸ। ਇਹ ਪਾਣੀ ਵਿੱਚ ਘੁਲ ਜਾਂਦੇ ਨੇ ਤੇ ਪਾਣੀ ਵਾਸ਼ਡ ਹੋਣ ਜਿਹੜੇ ਮੀਂਹ ਪੈਂਦਾ ਹੈ, ਉਹ ਜਿਹੜੇ ਪਾਣੀ ਫਲੋ ਹੋ ਕੇ ਛੱਪੜ ਵਿੱਚ, ਚੋ ਵਿੱਚ ਜਾਂ ਨਦੀ ਵਿੱਚ ਜਾਂਦਾ ਹੈ ਤੇ ਉਹ ਕੈਮੀਕਲਸ ਨੂੰ, ਵੀਡੀਸਾਈਡਸ ਨੂੰ, ਪੈਸਟੀਸਾਈਡਸ ਨੂੰ ਨਾਲ ਹੀ ਲੈ ਜਾਂਦਾ ਹੈ। ਠੀਕ ਹੈ। ਦਿਸ ਕਾਜ਼ਿਜ਼ ਕੰਟੈਮੀਨੇਸ਼ਨ ਆਫ ਵਾਟਰ ਬੋਡੀਜ਼। ਜਿਹੜੀ ਵਾਟਰ ਬੋਡੀਜ਼ ਨੇ ਸਾਡੇ, ਹੈ ਨਾ, ਚਾਹੇ ਰਿਵਰਸ ਹੋ ਗਈਆਂ, ਸਟਰੀਮਸ ਹੋ ਗਈਆਂ, ਟ੍ਰਿਬਿਊਟਰੀਜ਼ ਹੋ ਗਈਆਂ, ਕੈਨਾਲਸ ਹੋ ਗਈਆਂ ਜਾਂ ਛੱਪੜ ਹੋ ਗਏ, ਪੌਂਡਸ ਹੋ ਗਏ, ਉਹ ਸਾਰੇ ਕੰਟੈਮੀਨੇਟ ਹੋ ਜਾਂਦੇ ਨੇ। ਫਿਰ ਦੇ ਆਲਸੋ ਸੀਪ ਇਨਟੂ ਦ ਗਰਾਊਂਡ ਟੂ ਪੋਲਿਊਟ ਗਰਾਊਂਡ ਵਾਟਰ। ਜਿਹੜਾ ਵਾਸ਼ ਡਾਊਨ ਹੋ ਕੇ ਨਹੀਂ ਜਾਂਦਾ, ਉਹ ਸਿੰਮ ਕੇ, ਸੀਪ ਹੋ ਕੇ ਮਿੱਟੀ ਰਾਹੀਂ ਥੱਲੇ ਚਲਾ ਜਾਂਦਾ ਹੈ। ਜਿਹੜਾ ਗਰਾਊਂਡ ਵਾਟਰ ਹੈ ਉਹ ਵੀ ਪੋਲਿਊਟ ਹੋ ਜਾਂਦਾ ਹੈ, ਉਹਦੇ ਵਿੱਚ ਹੀ ਪੈਸਟੀਸਾਈਡਸ ਔਰ ਵੀਡੀਸਾਈਡਸ ਆ ਜਾਂਦੇ ਨੇ। ਠੀਕ ਹੈ। ਫਿਰ ਕਹਿੰਦੇ ਐਕਸੈਸਿਵ ਕੁਆਂਟੀਟੀਜ਼ ਆਫ ਕੈਮੀਕਲਸ ਵਿਚ ਗੈਟ ਵਾਸ਼ਡ from the fields into the water bodies, they act as nutrients for algae in the water bodies। ਉਹ ਬੱਚੇ ਦੇਖੋ ਇਹ ਕਿੰਨੀ ਅਜੀਬ ਗੱਲ ਹੈ। ਜਿਹੜੀ ਚੀਜ਼ ਕਿਸੇ ਲਈ ਜ਼ਹਿਰ ਹੈ, ਹੋ ਸਕਦਾ ਕਿਸੇ ਲਈ ਖੁਰਾਕ ਹੋਵੇ। ਸੋ ਇਹ ਜਿਹੜੇ ਕੈਮੀਕਲਸ ਨੇ ਬੱਚਿਓ, ਇਹ ਦੇ ਐਕਟ ਲਾਈਕ ਨਿਊਟਰੀਐਂਟਸ, ਇਹ ਖੁਰਾਕ ਦਾ ਕੰਮ ਕਰਦੇ ਨੇ। ਕਿਹਦੇ ਵਾਸਤੇ? ਐਲਗੇ ਇਨ ਦੀ ਵਾਟਰ ਬੋਡੀਜ਼। ਇੱਕ ਬੱਚੇ ਹਰੀ ਬੂਟੀ ਹੈ, ਅੱਜ ਕੱਲ੍ਹ ਪੰਜਾਬ 'ਚ ਇਹਨੇ ਹਰੀ ਬੂਟੀ ਨੇ ਸਾਰੇ ਪੌਂਡ ਸੁਕਾ ਦਿੱਤੇ, ਸਤਿਆਨਾਸ਼ ਕਰਤਾ। ਮਤਲਬ ਕਿ ਇਕੱਲਾ ਪੰਜਾਬ ਹੀ ਨਹੀਂ ਹੈਗਾ, ਬਿਲਕੁਲ ਆਲ ਓਵਰ ਇੰਡੀਆ ਇਸ ਤਰ੍ਹਾਂ ਹੀ ਹੋਏਗਾ। ਸੋ ਐਲਗੇ ਜਿਹੜਾ ਹੈ, ਇਹ ਕੋਈ ਪਲਾਂਟ ਬਹੁਤ ਵਧੀਆ ਨਹੀਂ ਹੈਗਾ, ਇਹਦਾ ਨੁਕਸਾਨ ਹੀ ਨੁਕਸਾਨ ਹੈਗਾ। ਥੋੜ੍ਹਾ ਬਹੁਤ ਹੁੰਦਾ ਸੀ ਪਹਿਲੇ, ਹੁਣ ਬਹੁਤ ਜ਼ਿਆਦਾ ਹੋ ਗਿਆ। ਸਾਰਾ ਛੱਪੜ ਜਿਹੜਾ ਹੈ, ਸਾਰਾ ਪੌਂਡ ਹੈਗਾ, ਇਹਨਾਂ ਕਵਰ ਹੋ ਜਾਂਦਾ ਹੈ। ਇਹ ਕਿਸ ਤਰ੍ਹਾਂ ਹੁੰਦਾ? ਬਿਕੋਜ਼ ਐਕਸੈਸਿਵ ਕੁਆਂਟੀਟੀਜ਼ ਆਫ ਕੈਮੀਕਲ ਜਿਹੜੇ ਅਸੀਂ ਪਾਏ, ਉਹ ਵਾਸ਼ ਡਾਊਨ ਹੋ ਕੇ ਛੱਪੜ ਵਿੱਚ ਚਲੇ ਗਏ, ਪੌਂਡ ਵਿੱਚ ਚਲੇ ਗਏ, ਵਾਟਰ ਬੋਡੀਜ਼ ਵਿੱਚ ਚਲੇ ਗਏ। ਸੋ ਥੀਸ ਕੈਮੀਕਲਸ ਦੇ ਐਕਟ ਐਜ਼ ਨਿਊਟਰੀਐਂਟਸ। ਨਿਊਟਰੀਐਂਟਸ ਮੈਨੇ ਪੌਸ਼ਟਿਕ ਤੱਤ ਦਾ ਕੰਮ ਕਰਦੇ ਨੇ। ਉਹਨਾਂ ਫਿਰ ਐਲਗੇ ਦੀ ਗਰੋਥ ਬਣਦੀ ਹੈ। ਹੁਣ ਜਦੋਂ ਬੰਦਾ ਖਾਈ ਪੀਏਗਾ, ਮੋਟਾ ਤਾਜ਼ਾ ਹੋ ਜਾਏਗਾ। ਸੋ ਐਲਗੇ ਵੀ ਮੋਟੇ ਤਾਜ਼ੇ ਹੋ ਜਾ ਰਹੇ ਨੇ, ਉਹਨਾਂ ਦੀ ਗਿਣਤੀ ਵਧੀ ਜਾ ਰਹੀ ਹੈ। ਦਿਸ ਕਾਜ਼ਿਜ਼ ਐਲਗੇ ਟੂ ਫਲੋਰਿਸ਼, ਬਹੁਤ ਜ਼ਿਆਦਾ ਮਲਟੀਪਲਾਈ ਹੋ ਗਿਆ ਉਹਦੇ ਨਾਲ। ਐਜ਼ ਦੀਜ਼ ਐਲਗੇ ਡਾਈ, ਤੇ ਜਦੋਂ ਇਹ ਮਰਦੇ ਨੇ, ਦੇ ਸਰਵ ਐਜ਼ ਫੂਡ ਫॉर ਡੀਕੰਪੋਜ਼ਰਸ ਲਾਈਕ ਬੈਕਟੀਰੀਆ। ਹੁਣ ਮਰ ਗਏ ਤੇ ਡੀਕੰਪੋਜ਼ ਹੋਣਗੇ, ਤੇ ਡੀਕੰਪੋਜ਼ ਹੁਣ ਕਰਦਾ ਬੈਕਟੀਰੀਆ ਕਰਦਾ। ਇਨ ਦਿਸ ਪ੍ਰੋਸੈਸ, ਜਦੋਂ ਇਹ ਸਾਰਾ ਪ੍ਰੋਸੈਸ ਹੁੰਦਾ ਹੈ, ਅ ਲੋਟ ਆਫ ਆਕਸੀਜਨ ਇਨ ਦੀ ਵਾਟਰ ਬੋਡੀ ਗੈਟਸ ਯੂਜ਼ਡ ਅਪ। ਪਾਣੀ ਦੇ ਵਿੱਚ ਜਿਹੜੀ ਆਕਸੀਜਨ ਹੁੰਦੀ ਹੈ, ਡਿਜ਼ੋਲਵ ਹੋਈ ਹੁੰਦੀ ਹੈ, ਉਹ ਮੱਛੀਆਂ ਦਾ ਤੇ ਜਿਹੜੇ ਪਾਣੀ ਵਿੱਚ ਹੋਰ ਜੀਵ ਜੰਤੂ ਹੁੰਦੇ, ਉਹਨਾਂ ਦਾ ਜੀਵਨ ਹੁੰਦਾ। ਪਰ ਐਲਗੀ ਦਾ ਵਧਣਾ, ਐਲਗੀ ਦਾ ਮਰਨਾ ਤੇ ਫਿਰ ਬੈਕਟੀਰੀਆ ਵੱਲੋਂ ਡੀਕੰਪੋਜ਼ ਹੋਣਾ, ਇਹ ਫਿਰ ਕੀ ਹੁੰਦਾ? ਸਾਰੀ ਆਕਸੀਜਨ ਦੀ ਖਪਤ ਹੋ ਜਾਂਦੀ ਹੈ। ਆਲ ਆਕਸੀਜਨ ਇਨ ਦਾ ਵਾਟਰ ਬੋਡੀ ਗੈਟਸ ਯੂਜ਼ਡ ਅਪ। ਦਿਸ ਰਿਜ਼ਲਟਸ ਇਨ ਅ ਡਿਕਰੀਜ਼ ਇਨ ਦੀ ਆਕਸੀਜਨ ਲੈਵਲ ਵਿਚ ਮੇ ਕਿਲ ਐਕੁਆਟਿਕ ਆਰਗੈਨਿਜ਼ਮਸ। ਆਕਸੀਜਨ ਘਟ ਗਈ ਤੇ ਜਿਹੜੇ ਪਾਣੀ ਵਿੱਚ, ਉਹ ਪੌਂਡ ਦੇ ਵਿੱਚ ਜਿਹੜੇ ਜੀਵ ਜੰਤੂ ਸੀਗੇ, ਆਰਗੈਨਿਜ਼ਮ ਸੀਗੇ, ਲਿਵਿੰਗ ਆਰਗੈਨਿਜ਼ਮਸ, ਉਹ ਫਿਰ ਮਰ ਜਾਂਦੇ ਨੇ, ਕਿਉਂਕਿ ਆਕਸੀਜਨ ਉਹਨਾਂ ਨੂੰ ਪੂਰੀ ਨਹੀਂ ਮਿਲ ਪਾਉਂਦੀ। ਇਹ ਦੇਖੋ ਬੱਚੋ ਕਿਸ ਤਰ੍ਹਾਂ ਜਿਹੜਾ ਨੇਚਰ ਦਾ ਜਿਹੜਾ ਕੰਮ ਹੈ, ਜੋ ਇੱਕ ਅਸੀਂ ਕੰਮ ਕਰਦੇ ਹਾਂ, ਉਹ ਹਾਊ ਇਟ ਇਜ਼ ਇੰਟਰਕਨੈਕਟਡ ਵਿਦ ਸੋ ਮੈਨੀ ਅਦਰ ਥਿੰਗਸ। ਠੀਕ ਹੈ। ਫਿਰ ਆ ਗਿਆ ਬੱਚੋ ਵਾਟਰ ਬੋਰਨ ਡਿਜ਼ੀਜ਼ਸ, ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ। ਇਹ ਨਾਂ ਯਾਦ ਕਰ ਲਿਓ ਬੱਚੋ, ਅਮੀਬਿਆਸਿਸ, ਕੋਲਰਾ, ਡਿਸੈਂਟਰੀ, ਹੈਪਾਟਾਈਟਿਸ, ਜਿਹਨੂੰ ਅਸੀਂ ਕਹਿੰਦੇ ਜੌਂਡਿਸ, ਐਂਡ ਟਾਈਫਾਇਡ ਆਰ ਦੀ ਮੋਸਟ ਕਾਮਨ ਡਿਜ਼ੀਜ਼ਸ ਕਾਜ਼ਡ ਬਾਈ ਕੰਜ਼ਿਊਮਿੰਗ ਇੰਪਿਓਰ ਵਾਟਰ। ਅਸ਼ੁੱਧ ਪਾਣੀ ਪੀਣ ਦੇ ਨਾਲ ਇਹ ਬਿਮਾਰੀਆਂ ਸਭ ਤੋਂ ਵੱਧ ਆਮ ਹੁੰਦੀਆਂ ਨੇ। ਇੰਡੀਆ ਵਿੱਚ ਬਹੁਤ ਜ਼ਿਆਦਾ ਨੇ, ਕਿੰਨੇ ਬੱਚੇ ਮਰ ਜਾਂਦੇ ਨੇ, ਕਿੰਨੇ ਬੰਦੇ ਵੀ ਮਰ ਜਾਂਦੇ ਨੇ। ਤੇ ਇਹ ਬਿਮਾਰੀਆਂ ਦੇ ਨਾਂ ਯਾਦ ਕਰ ਲਓ, ਅਮੀਬਿਆਸਿਸ, ਕੋਲਰਾ, ਡਿਸੈਂਟਰੀ, ਹੈਪਾਟਾਈਟਿਸ ਐਂਡ ਟਾਈਫਾਇਡ। ਠੀਕ ਹੈ ਬੱਚਿਓ। ਇਹਦਾ ਤੁਸੀਂ ਕੋਈ ਬਣਾ ਲਓ, ਇਹ ਚੈਟ ਬਣਾ ਲਓ, ਚੈਟ। ਇੱਕ ਤੇ ਚੈਟ 4 ਬਣ ਜਾਏਗਾ। ਸੀ ਤੋਂ ਕੋਲਰਾ, ਐਚ ਤੋਂ ਹੈਪਾਟਾਈਟਿਸ, CH, ਫਿਰ A ਤੋਂ ਅਮੀਬਿਆਸਿਸ, ਤੇ T ਤੋਂ ਟਾਈਫਾਇਡ, ਤੇ ਅੱਗੇ ਬਣਾਓ D, ਡਿਸੈਂਟਰੀ, ਚੈਟਿਡ। ਮੈਂ T ਔਰ D ਦੇ ਵਿੱਚ E ਨਹੀਂ ਆਇਆ, ਚੈਟਿਡ। ਹੁਣ ਚੈਟਿਡ ਦਾ ਕੀ ਆਸਾਨ ਹੋ ਜਾਏਗਾ ਤੁਹਾਨੂੰ, ਚੈਟਿਡ ਜਿਹੜੇ ਚੈਟਿਡ ਬੋਲੋਗੇ, C ਫॉर ਕੋਲਰਾ, H ਫॉर ਹੈਪਾਟਾਈਟਿਸ, ਬ੍ਰੈਕਟ ਜੌਂਡਿਸ ਲਿਖ ਲਓ, ਫਿਰ ਆ ਗਿਆ A ਫॉर ਅਮੀਬਿਆਸਿਸ, T ਫॉर ਟਾਈਫਾਇਡ, ਤੇ D ਫॉर ਡਿਸੈਂਟਰੀ। ਬਸ ਸਾਰੀਆਂ ਚ ਮੈਨੂੰ ਲੱਗਦਾ ਵਾਟਰ ਬੋਰਨ ਡਿਜ਼ੀਜ਼ ਮੇਨ ਜਿਹੜੀਆਂ ਨੇ। ਇਹ ਵੀ ਤੁਹਾਡੇ 2-3 ਨੰਬਰ ਦਾ ਸਵਾਲ ਆ ਸਕਦਾ। ਨੇਮ ਐਨੀ 2 ਵਾਟਰ ਬੋਰਨ ਡਿਜ਼ੀਜ਼ਸ, ਨੇਮ ਐਨੀ 3 ਔਰ 4 ਵਾਟਰ ਬੋਰਨ ਡਿਜ਼ੀਜ਼ਸ। ਤੇ 5 ਨਾਂ ਯਾਦ ਕਰ ਲਓ, 5 ਤੋਂ ਜ਼ਿਆਦਾ ਨਾਂ ਨਹੀਂ ਤੁਹਾਡੇ ਪੇਪਰ ਕਦੀ ਆਉਣਗੇ। ਠੀਕ ਹੈ। ਸੋ ਇਹ 5 ਨਾਂ ਯਾਦ ਕਰ ਲਓ। ਚੈਟਿਡ, CHATD, C ਫॉर ਕੋਲਰਾ, H ਫॉर ਹੈਪਾਟਾਈਟਿਸ, A ਫॉर ਅਮੀਬਿਆਸਿਸ, T ਫॉर ਟਾਈਫਾਇਡ, D ਫॉर dysentery. So these are the most common diseases caused by consuming impure. Impure ਦੀ ਜਗ੍ਹਾ polluted ਵੀ ਲਿਖ ਸਕਦੇ ਹੋ, contaminated ਵੀ ਲਿਖ ਸਕਦੇ ਹੋ, dirty ਵੀ ਲਿਖ ਸਕਦੇ ਹੋ, water। ਠੀਕ ਹੈ। Untreated sewage
ਜਿਹੜਾ ਸੂਏਜ ਟ੍ਰੀਟ ਨਹੀਂ ਕੀਤਾ ਜਾਂਦਾ। ਕੰਟੇਨਿੰਗ ਫੂਡ ਵੇਸਟ, ਉਹ ਫੂਡ ਵੇਸਟ ਵੀ ਹੁੰਦੀ ਹੈ, ਰਸੋਈ ਦਾ ਸਮਾਨ ਵੀ ਹੁੰਦਾ ਹੈ ਨਾ, ਮਤਲਬ ਜਿਹੜਾ ਆਪਣਾ ਜਿਹੜਾ ਜੂਠ ਵਗੈਰਾ ਹੁੰਦੀ ਹੈ, ਡਿਟਰਜੈਂਟਸ ਹੁੰਦੇ ਨੇ, ਕੱਪੜੇ ਧੋਤੇ ਜਾਂਦੇ ਨੇ, ਮਾਈਕਰੋ ਆਰਗੇਨਿਜ਼ਮਸ ਹੁੰਦੇ ਨੇ ਐਟਸੈਟਰਾ, ਇਹ ਸਮਟਾਈਮਸ ਥਰੋਨ ਡਾਇਰੈਕਟਲੀ ਇਨਟੂ ਰਿਵਰਸ। ਇਹ ਸਾਰਾ ਸੂਏਜ ਜਿਹੜਾ ਹੈ ਇਹ ਬੱਚਿਓ ਫੂਡ ਵੇਸਟ ਇਹ ਸਾਰਾ ਛਿੱਟ ਦਿੱਤਾ ਜਾਂਦਾ ਹੈ। ਹੁਣ ਕਈ ਬੰਦੇ ਬੱਚੇ ਜਿਹੜੇ ਗਰੀਬ ਜਿਹੜਾ ਪਤਾ ਉਹ ਨਦੀ ਦਾ ਪਾਣੀ ਡਾਇਰੈਕਟ ਵੀ ਪੀ ਲੈਂਦੇ ਨੇ, ਪੁਰਾਣੇ ਜ਼ਮਾਨੇ 'ਤੇ ਲੋਕ ਪੀ ਲੈਂਦੇ ਸੀਗੇ, ਹੁਣ ਤਾਂ ਇਸ ਤਰ੍ਹਾਂ ਨਹੀਂ ਹੈਗਾ। This contaminated water may contain bacteria, viruses, fungi and parasites। ਇਹ ਵੀ ਬੱਚੇ ਤੁਹਾਨੂੰ ਯਾਦ ਹੋਏਗਾ ਤੁਹਾਡੇ ਇੱਕ ਲੈਸਨ ਵਿੱਚ ਆਇਆ ਸੀਗਾ ਕਿ ਕਿਹੜੇ ਕਿਹੜੇ ਮਾਈਕਰੋ ਆਰਗੇਨਿਜ਼ਮਸ ਨੇ। ਮਾਈਕਰੋ ਆਰਗੇਨਿਜ਼ਮ ਅਸੀਂ ਕਰ ਚੁੱਕੇ ਹਾਂ, 5 ਟਾਈਪ ਦੇ ਮਾਈਕਰੋ ਆਰਗੇਨਿਜ਼ਮਸ ਹੈਗੇ ਨੇ। ਉਹ 'ਚ ਅਸੀਂ ਮੈਂ ਤੁਹਾਨੂੰ ਕਿਹਾ ਸੀ ਯਾਦ ਕਰਨ ਦਾ ਤਰੀਕਾ, ਆ ਪਾਵਰਫੁਲ BV, ਆ ਤੋਂ ਐਲਗੇ, P ਤੋਂ ਪੈਰਾਸਾਈਟਸ, ਫਿਰ F ਤੋਂ ਫੰਗਾਈ, ਤੇ ਫਿਰ ਆ ਗਿਆ BV, ਹਾਂ B ਤੋਂ ਬੈਕਟੀਰੀਆ ਤੇ V ਤੋਂ ਵਾਇਰਸ। ਸੋ ਇਹ 'ਚ ਐਲਗੀ ਦੀ ਗੱਲ ਨਹੀਂ ਹੈਗੀ, ਇਹਦੇ ਵਿੱਚ ਇਹ 4 ਹੋਣਗੇ, ਬੈਕਟੀਰੀਆ, ਵਾਇਰਸਿਸ, ਫੰਗਈ ਐਂਡ ਪੈਰਾਸਿਟਸ ਗੰਦੇ ਪਾਣੀ 'ਚ ਹੋ ਸਕਦੇ ਨੇ। ਵਿਚ ਕਾਜ਼ ਡਿਜ਼ੀਜ਼ਿਸ, ਠੀਕ ਹੈ। ਫੀਕਲ ਮੈਟਰ, ਫੀਕਲ ਹੁੰਦਾ ਬੱਚੋ ਰਿਲੇਟਿਡ ਟੂ ਲੈਟਰਿਨ, ਸਟੂਲਸ, ਜੋ ਅਸੀਂ ਲੈਟਰਿਨ ਹੁੰਦੀ ਹੈ, ਲੈਟਰਿਨ ਨੂੰ ਅਸੀਂ ਮੈਡੀਕਲ ਟਰਮ 'ਚ ਕਹਿੰਦੇ ਫੀਸਿਸ, ਤੇ ਫੀਸਿਸ ਦਾ ਜਿਹੜਾ ਹੈਗਾ ਆਪਣਾ ਫੀਸਿਸ ਦਾ FAECES, ਫੀਸਿਸ ਨੂੰ ਅਸੀਂ ਕਹਿੰਦੇ ਸਟੂਲਸ, ਲੈਟਰਿਨ, ਠੀਕ ਹੈ। ਤੇ ਫੀਸਿਸ ਦਾ ਜੋ ਐਡਜੈਕਟਿਵ ਹੈ ਉਹਨੂੰ ਕਿਹਾ ਜਾਂਦਾ ਹੈ ਫੀਕਲ ਮੈਟਰ। ਫੀਕਲ ਮੈਟਰ ਮਤਲਬ ਮੈਟਰ ਰਿਲੇਟਿਡ ਟੂ ਫੀਸਿਸ ਆਫ ਮੈਮਲਸ, ਜਿੰਨੇ ਵੀ ਹੈ ਗਾਈਆਂ, ਮੱਝਾਂ, ਇਨਸਾਨ ਹੋ ਗਏ, ਕੁੱਤੇ ਹੋ ਗਏ, ਬਿੱਲੀਆਂ ਹੋ ਗਈਆਂ, ਇਹਨਾਂ ਦਾ ਜੋ ਫੀਕਲ ਮੈਟਰ ਲੈਟਰਿਨ ਹੈ ਇਜ਼ ਦੀ ਮੇਨ ਸੋਰਸ ਆਫ ਬੈਕਟੀਰੀਅਲ ਕੰਟਾਮੀਨੇਸ਼ਨ ਆਫ ਵਾਟਰ। ਇਹ ਜਿਹੜਾ ਇਹਨਾਂ ਦਾ ਫੀਕਲ ਮੈਟਰ ਹੈ ਮੈਮਲਸ ਦਾ, ਇਹ ਮੇਨ ਸੋਰਸ ਹੈ ਜਿਹਦੇ ਰਾਹੀਂ ਬੈਕਟੀਰੀਆ ਪਾਣੀ ਵਿੱਚ ਆਉਂਦਾ ਹੈ। ਉਹ ਗੰਦਾ ਪਾਣੀ ਜਦੋਂ ਫਿਰ ਅਸੀਂ ਕੰਜ਼ਿਊਮ ਕਰਦੇ ਹਾਂ ਤੇ ਸਾਨੂੰ ਫਿਰ ਇਹਨਾਂ 'ਚੋਂ ਕੋਈ ਨਾ ਕੋਈ ਬਿਮਾਰੀ ਜਿਹੜੀ ਹੈ ਉਹ ਲੱਗ ਜਾਂਦੀ ਹੈ, ਠੀਕ ਹੈ ਬੱਚਿਓ। ਸੋ ਇਸ ਕਰਕੇ ਪਾਣੀ ਪੀਣ ਲੱਗੇ ਬਾਹਰੋਂ ਢਾਬਿਆਂ ਤੋਂ, ਹੋਟਲਾਂ ਤੋਂ ਬੰਦੇ ਇਹ ਗੋਲ ਗੱਪੇ ਖਾਂਦੇ ਨੇ, ਟਿੱਕੀਆਂ ਸਮੋਸੇ ਖਾਂਦੇ ਨੇ, ਗੰਦ ਮੰਦ ਬਾਹਰੋਂ ਖਾਂਦੇ ਨੇ ਤੇ ਫਿਰ ਬਿਮਾਰ ਹੋ ਜਾਂਦੇ ਨੇ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਹੁਣ ਅਗਰ ਬੱਚਾ ਵਾਟਰ ਪੋਲਿਊਸ਼ਨ ਬਾय ਹੌਟ ਵਾਟਰ, ਦੇਖੋ ਜੀ ਹੌਟ ਵਾਟਰ ਵੀ ਪੋਲਿਊਸ਼ਨ ਕਰਦਾ ਹੈ। ਹੌਟ ਵਾਟਰ ਆਲਸੋ ਕਾਜ਼ਿਜ਼ ਵਾਟਰ ਪੋਲਿਊਸ਼ਨ ਇਨ ਇਟਸ ਓਨ ਵੇ, ਇਹਦਾ ਆਪਣਾ ਢੰਗ, ਠੀਕ ਹੈ। ਕਿਸ ਤਰ੍ਹਾਂ? ਦਿਸ ਸੋਰਸ ਆਫ ਵਾਟਰ ਪੋਲਿਊਸ਼ਨ ਇਜ਼ ਯੂਜ਼ਲੀ ਫਰੋਮ ਪਾਵਰ ਪਲਾਂਟਸ। ਪਾਵਰ ਪਲਾਂਟ ਦੇ ਵਿੱਚ ਕੋਲਾ ਬਰਨ ਹੁੰਦਾ ਹੈ, ਸਟੀਮ ਬਣਦੀ ਹੈ, ਉਹ ਜਿਹੜਾ ਪਾਣੀ ਨਿਕਲਦਾ ਹੈ ਉਹ ਪਾਣੀ ਬੜਾ ਗਰਮ ਹੁੰਦਾ ਹੈ, ਬੋਇਲਿੰਗ ਵਾਟਰ ਹੁੰਦਾ ਹੈ, ਹੌਟ ਹੁੰਦਾ ਹੈ। ਐਂਡ ਇੰਡਸਟਰੀ 'ਚੋਂ ਵੀ ਬੜਾ ਪਾਣੀ ਯੂਜ਼ ਹੁੰਦਾ ਹੈ, ਬੋਇਲਰਸ ਵਿੱਚ ਯੂਜ਼ ਹੁੰਦਾ ਹੈ, ਠੀਕ ਹੈ। ਉਹ ਗਰਮ ਪਾਣੀ ਜਿਹੜਾ ਬੱਚੋ ਕਿ ਉਹ ਬਾਹਰ ਸੁੱਟਣਾ ਪੈਂਦਾ। ਸੋ these units release hot water directly into the rivers। ਹੁਣ ਬੱਚੋ ਮੰਨ ਲਓ ਮੇਰੇ ਉੱਤੇ ਕੋਈ ਗਰਮ ਪਾਣੀ ਪਾ ਦੇਵੇ ਬਲਦਾ, ਤੇ ਮੈਂ ਸੜ ਜਾਵਾਂਗਾ ਨਾ, ਮੈਂ ਮਰ ਵੀ ਸਕਦਾ। ਜਦੋਂ ਬੰਦੇ ਰਸੋਈ ਵਿੱਚ ਕੰਮ ਕਰਦੇ ਕੋਈ ਗਰਮ ਪਾਣੀ ਡੁੱਲ ਜਾਂਦਾ ਹੈ ਤੇ ਕਿੱਦਾਂ ਬਰਨ ਹੋ ਜਾਂਦਾ, ਬੁਰਾ ਹਾਲ ਹੋ ਜਾਂਦਾ, ਤੇ ਜਾਨਵਰਾਂ ਦਾ ਵੀ ਇਸ ਤਰ੍ਹਾਂ ਹੀ ਹੈ ਬੱਚੇ। ਸੋ ਦਿਸ ਰੇਜ਼ਿਜ਼ ਦੀ ਟੈਂਪਰੇਚਰ ਆਫ ਦਾ ਵਾਟਰ ਬੋਡੀ। ਉਹ ਭਾਵੇਂ ਉਬਲਦਾ ਤੇ ਪਾਣੀ ਹੈ, ਪਰ ਜਦੋਂ ਜਿੱਦਾਂ ਨਦੀ 'ਚ ਗਿਆ ਉਹ ਉਬਲਦਾ ਤਾਂ ਨਹੀਂ ਹੋਏਗਾ, ਪਰ ਉਹਦਾ ਟੈਂਪਰੇਚਰ ਰਾਈਜ਼ ਹੋ ਜਾਂਦਾ ਹੈ ਜਿਹੜੇ ਮਿਕਸ ਕਰਦਾ ਪਾਣੀ ਦੇ ਨਾਲ, ਇੰਨਾ ਗਰਮ ਪਾਣੀ। ਐਡਵਰਸਲੀ ਬਣੇ ਬੜੀ ਬੁਰੀ ਤਰ੍ਹਾਂ, ਵੈਰੀ ਬੈਡਲੀ, ਐਡਵਰਸਲੀ ਬਣੇ ਬੜੀ ਬੁਰੀ ਤਰ੍ਹਾਂ ਅਫੈਕਟਿੰਗ ਦੀ ਐਨੀਮਲਸ ਐਂਡ ਪਲਾਂਟਸ ਲਿਵਿੰਗ ਇਨ ਇਟ। ਉਹਦੇ ਨਾਲ ਫਿਰ ਕੀ ਹੁੰਦਾ, ਜਦੋਂ ਗਰਮ ਪਾਣੀ ਨਦੀ ਵਿੱਚ ਜਾਂਦਾ ਹੈ ਤੇ ਜਿੱਥੇ ਪਾਣੀ ਗਿਆ ਉਸ ਏਰੀਏ ਦੇ ਆਸ-ਪਾਸ ਜਿੰਨੇ ਵੀ ਫਿਰ ਜਾਨਵਰ, ਮੱਛੀਆਂ ਜਾਂ ਹੋਰ ਲਿਵਿੰਗ ਆਰਗੇਨਿਜ਼ਮ, ਪਲਾਂਟਸ ਨੇ, ਦੇ ਆਰ ਲਾਈਕਲੀ ਟੂ ਵਿਦਰ ਅਵੇ ਔਰ ਡਾਈ। ਮਤਲਬ ਕਿ ਉਹ ਫਿਰ ਉਹ ਜਾਂ ਬਿਮਾਰ ਹੋ ਜਾਣਗੇ ਜਾਂ ਮਰ ਜਾਣਗੇ, ਜਾਂ ਉਹਨਾਂ ਦੀ ਉਹ ਚੀਜ਼ ਜਿਹੜੀ ਹੈ ਨਹੀਂ ਰਹੇਗੀ ਜੋ ਪਹਿਲੇ ਨੈਚੁਰਲ ਰੂਪ ਵਿੱਚ ਹੋਣੀ ਚਾਹੀਦੀ ਸੀ। ਇਟ ਐਡਵਰਸਲੀ ਅਫੈਕਟਸ ਦੀ ਐਨੀਮਲ ਐਂਡ ਪਲਾਂਟ ਲਾਈਫ। ਕੀ? ਹੌਟ ਵਾਟਰ, ਠੀਕ ਹੈ। ਜਦੋਂ ਹੌਟ ਵਾਟਰ ਇੰਡਸਟਰੀਜ਼ ਵੱਲੋਂ, ਪਾਵਰ ਪਲਾਂਟਸ ਵੱਲੋਂ ਡਾਇਰੈਕਟਲੀ ਨਦੀ ਵਿੱਚ ਸੁੱਟਿਆ ਜਾਂਦਾ, ਠੀਕ ਹੈ। ਅਗਲਾ ਹੈਗਾ ਪੋਰਟੇਬਲ ਵਾਟਰ। ਪੋਰਟੇਬਲ, ਇਹਦੇ ਪੋਰਟੇਬਲ ਨਹੀਂ ਹੈਗਾ, PORT, ਪੋਰਟੇਬਲ ਹੁੰਦਾ ਜਿਸ ਨੂੰ ਚੱਕਿਆ ਜਾ ਸਕੇ। ਪੋਰਟੇਬਲ ਉਹਨੇ ਪੀਣ ਵਾਲਾ ਪਾਣੀ, ਠੀਕ ਹੈ। ਵਾਟਰ ਵਿਚ ਇਜ਼ ਸੂਟੇਬਲ ਫॉर ਡਰਿੰਕਿੰਗ ਇਜ਼ ਕਾਲਡ ਪੋਰਟੇਬਲ ਵਾਟਰ। ਜਿਹੜਾ ਪਾਣੀ ਪੀਣ ਯੋਗ ਹੋਵੇ ਉਹਨੂੰ ਕਿਹਾ ਜਾਂਦਾ ਹੈ ਪੋਰਟੇਬਲ ਵਾਟਰ। ਸਾਰੇ ਪਾਣੀ ਪੀਣ ਯੋਗ ਨਹੀਂ ਹੁੰਦੇ, ਠੀਕ ਹੈ। However, water appearing to be clean may have disease carrying microorganisms and dissolved impurities। ਹੋ ਸਕਦਾ ਪਾਣੀ ਦੇਖਣ ਨੂੰ ਸਾਫ਼ ਲੱਗ ਰਿਹਾ ਹੋਵੇ, ਅਸੀਂ ਕਹਿੰਦੇ ਪੋਰਟੇਬਲ ਪਾਣੀ ਹੈ, ਕੁਛ ਨਹੀਂ, ਇਸ ਨਜ਼ਰ ਨਹੀਂ ਆ ਰਿਹਾ। ਮੈਂ ਕੱਚ ਦਾ ਗਲਾਸ ਇਹਦਾ ਲਾਈਟ ਮੋਰੇ ਕੀਤਾ, ਮੈਂ ਕਹਿੰਦਾ ਬੜਾ ਸਾਫ਼ ਹੈਗਾ, ਪਰ ਉਹਦੇ ਵਿੱਚ ਮਾਈਕਰੋ ਆਰਗੇਨਿਜ਼ਮਸ ਹੋ ਸਕਦੇ ਨੇ। ਮਾਈਕਰੋ ਆਰਗੇਨਿਜ਼ਮ ਕਿਹੜੇ ਨੇ? ਜਿਹੜੇ ਨੰਗੀ ਅੱਖ ਨਾਲ ਨਜ਼ਰ ਨਹੀਂ ਆਉਂਦੇ, ਦੇ ਕੈਨੋਟ ਬੀ ਸੀਨ ਵਿਦ ਨੇਕਡ ਆਈ। ਐਂਡ ਡਿਜ਼ੋਲਵਡ ਇੰਪਿਉਰਿਟੀਜ਼, ਹੋ ਸਕਦਾ ਜੋ ਘੁਲੀ ਹੋਈ ਇੰਪਿਉਰਿਟੀ ਹੋਵੇ, ਜੋ ਘੁਲ ਗਈ ਹੋਵੇ। ਹੁਣ ਮੈਂ ਮੰਨ ਲਓ ਜਿੱਦਾਂ ਤੁਸੀਂ ਦੇਖੋ ਨਾ, ਪਾਣੀ ਵਿੱਚ ਤੁਸੀਂ ਥੋੜ੍ਹਾ ਲੂਣ ਘੋਲ ਦਿਓ, ਉਹ ਨਜ਼ਰ ਤਾਂ ਨਹੀਂ ਆਉਂਦਾ। ਪਾਣੀ ਥੋੜ੍ਹੀ ਚੀਨੀ ਘੋਲ ਦਿਓ, ਵੀ ਨਜ਼ਰ ਨਹੀਂ ਆਉਂਦੀ। ਜਿਹੜੇ ਅਸੀਂ ਸਿਪ ਕਰਾਂਗੇ, ਘੁੱਟ ਭਰਾਂਗੇ, ਤਾਂ ਪਤਾ ਲੱਗੇਗਾ ਕਿ ਇਹ 'ਚ ਲੂਣ ਹੈਗਾ,
चीनी हैगी। सो इस तरह जिवें लूण और चीनी है, इस तरह कोई ना कोई अशुद्ध चीज़ इंप्योरिटी हो सकता है घुली हुई होवे। ठीक है, सो इट इज़ एसेंशियल टू प्योरीफाई वाटर बिफोर ड्रिंकिंग। इस करके पीने तो पहले पानी को शुद्ध करना जरूरी है। तो कहते बॉयलिंग इज़ वन मैथड फॉर प्योरीफाइंग वाटर। पानी को प्योरीफाई करने का एक सब तो सौखा तरीका है, पुराना तरीका, सब तो ज़्यादा आम कारगर, वो है बॉयलिंग। पानी को उबाल लेना, उबाल के ठंडा करके पीना। मैनी हाउस होल्ड्स यूज बॉयलिंग एज अ मैथड फॉर ऑबटेनिंग सेफ ड्रिंकिंग वाटर। बड़े घर आम तौर पर हस्पतालों में, पिंडों में फिर डॉक्टर यही सलाह देंगे ने जो बरसातों का मौसम हो, गर्मियों का जो है कॉलरा, डिसेंट्री इधर की बीमारियां फैलने का खतरा हो, फिर सारे सरकारें कहंदियां टीवी राही अखबार राही भी पानी को उबाल के पीओ। ठीक है, बॉयलिंग किल्स दी जर्म्स प्रेजेंट इन द वाटर। ਉਹਦੇ ਨਾਲ ਕੀ ਹੁੰਦਾ ਹੈ, ਬੋਇਲਿੰਗ ਦੇ ਨਾਲ ਜਿਹੜੇ ਉਹ ਬੈਕਟੀਰੀਆ ਸੀ, ਵਾਇਰਸ ਸੀ ਜਾਂ ਜਿਹੜੇ ਉਹਦੇ ਵਿੱਚ ਪੈਰਾਸਾਈਟ ਸੀਗੇ ਉਹ ਫਿਰ ਮਰ ਜਾਂਦੇ ਨੇ ਤੇ ਉਹਦੇ ਨਾਲ ਫਿਰ ਬਿਮਾਰੀ ਦਾ ਖਤਰਾ ਜਿਹੜਾ ਹੈ ਉਹ ਕਾਫੀ ਹੱਦ ਤੱਕ ਖਤਮ ਹੋ ਜਾਂਦਾ ਹੈ। अगला बच्चे एक तरीका है फिल्टरिंग। हुण मान लो कोई डिजोल्व इंप्योरिटी तो नहीं है, दूजी है सानू कुछ मिट्टी कट्टा या कोई होर कख नज़र आ रहे हैं, मतलब कि वी कैन सी समथिंग वेरी क्लीयरली, फिर फिल्टरिंग की जा सकती। फिल्टरिंग इज अनदर मैथड ऑफ क्लीनिंग वाटर। इट इज़ अ फिजिकल मैथड ऑफ रिमूविंग इंप्योरिटीज। अ पॉपुलर हाउस होल्ड फिल्टर इज कैंडल टाइप फिल्टर। हुण बाजार भी मिल जाते हैं आजकल, इधर फिल्टर भी बनते हैं, वो कैंडल यूज़ की जाती है ना, चारकोल की होती है। सो चारकोल में गुण है कि इंप्योरिटीज़ को अपने नाल चिमेड़ लेंदा है। वो जिले पानी चारकोल चो लंघदा है तो इंप्योरिटीज़ जिहड़ियां चारकोल नाल चिपक जाती हैं तो पानी साफ होकर आ जाता है। फिर कुछ चिर बाद जी कैंडल हैगी उन्होंने रिप्लेस कर लिया जाता है। सो फिल्टरिंग मैथड इज़ वन मैथड ऑफ प्योरीफाइंग। सो पहला मैथड सी बॉयलिंग, दूजा बच्चों फिल्टरिंग। अगली गल है कि सीवेज ट्रीटमेंट प्लांट्स यूज वेरीअस फिजिकल एंड कैमिकल प्रोसैसिस टू क्लीन वाटर बिफोर डिस्चार्जिंग इट इनटू वाटर बॉडीज। हुण बच्चों सीवेज ट्रीटमेंट प्लांट की होंदा है, यह बड़े वड्डे प्लांट होंदे ने, ठीक है ना। तो यह म्यूनसिपैलिटीज़ गौरमेंट बॉडीज़ जी यूज़ करदियां ने, यह की करते ये फिजिकल भी यूज़ किया जाता है, फिल्टरिंग भी की जाती है तो कैमिकल प्रोसैस भी यूज़ किया जाता है पानी को साफ करने। इसी तरह सिमिलरली म्यूनसिपल बॉडीज़ ट्रीट दी वाटर बिफोर सप्लाइंग इट टू दी हाउस होल्ड्स। जो म्यूनसिपल बॉडीज़ होंदियां जिवें साडे अमृतसर हैगी है, जलंधर हैगी है, वड्डे शहरों में म्यूनसिपलिटी बॉडी होंदी है, वो फिर की करते हैं पानी को सीवेज जो पानी है ट्रीटमेंट है उन्होंने सीवेज का जो पानी होंदा है जिसले रीसाइकल किया जाता है, पहले इनू फिजिकल प्रोसैस में सैपरेट किया जाता है, फिर कैमिकली इनू ट्रीट किया जाता है, साफ करके डिसइनफैक्ट करके फिर वो जी टैंकियां भर के फिर वो पानी जो सप्लाई किया जाता है। ठीक है, क्लोरीनेशन। हुण अगला तरीका है क्लोरीनेशन। क्लोरीनेशन क्लोरीन मतलब क्लोरीन के नाल ट्रीट करना। क्लोरीन गैस होंदी है तो इट इज़ अ डिसइनफैक्टेंट। ठीक है, जिहड़े स्विमिंग पूल होंदे ने, तरन ताल होंदे ने, जिथे असीं अपने तरन की प्रैक्टिस करते हैं, वो पानी में भी क्लोरीन पाई जाती है ताकि पानी राही स्किन राही जिले असीं पानी जावांगे मूँह राही नक राही थोड़ा बहुत पानी अंदर जाता ही है ताकि किसी को बीमारी ना हो जाए, उत्थे भी क्लोरीनेशन यूज़ किया जाता है। सो क्लोरीनेशन इज़ अ कॉमनली यूज कैमिकल मैथड फॉर प्योरीफाइंग वाटर। जिहड़ा पहले दस्सिया तुहानूं फिल्टरिंग ते बॉयलिंग यह तो हो गई फिजिकल मैथड, तो क्लोरीनेशन की है एक कैमिकल मैथड है। इट इज़ डन बाय एडिंग क्लोरीन टैबलेट्स। क्लोरीन दी गोलियां मिलदियां, साडे शिप ते भी बच्चों क्लोरीन दी टैबलेट्स होंदियां सीगियां ते सानूं दस्सिया जांदा सी खास थां ते किते जिथे लगदा पानी सानूं साफ किसी पोर्ट विच नहीं मिलदा ते शक है या किसी डॉक्टर दे कहे किसी की सलाह ते फिर सानूं दस्सिया जांदा सी कि तुसीं अपने पानी नूं क्लोरीनेट कर लो, तो क्लोरीन दी टैबलेट्स होंदियां सी शिप ते। सानूं कदी लोड़ पई नहीं वैसे, पर क्योंकि पुराने रूल बने हुए हैं कि जहाज़ से क्लोरीन दी टैबलेट्स होंदियां सीगियां ते असीं पर सानूं कदी यूज़ करने की लोड़ नहीं पई क्योंकि हुण अवेयरनेस काफ़ी आ गई है ऑल ओवर द वर्ल्ड। जदों भी असीं किते मैं पूरी दुनिया च मेरा शिप जांदा सीगा, असीं शिप ते जांदे सीगे ते सानूं केवल पोर्ट्सों विचों पानी लैना पैंदा सीगा, जो कि असीं पानी कई टन पानी खरीद के फिर अपने टैंकां च भरदे सीगे। सो पानी जे साफ नहीं तो क्लोरीनेशन कर लो, इदां दी कोई नौबत सानूं कदी करने की लोड़ नहीं पई। ठीक है, यदि प्रोसीजर भी साडी जहाज़ से बुक्स होंदियां उत्ते दस्सी होंदी कि किन्ने लीटर किन्ने टन पानी पिछे किन्नी क्लोरीन की टैबलेट्स उसी पानी है। देखो यह गल इत्थे भी लिखी हुई है। इट इज़ इंपॉर्टेंट दैट वन शुड नॉट यूज़ मोर क्लोरीन टैबलेट्स दैन स्पैसीफाइड। मतलब ये काम साडा नहीं होंदा, सरकारां करदियां। सो पता वो एक ये रूल बने हुए हैं कि इन्ने पानी लिए इन्नी क्लोरीन टैबलेट यूज़ करनी है तो उस तो ज़्यादा नहीं वरतनी चाहिए, वो फिर की है उल्टा नुकसान हो सकता। तो अगली गल बच्चों अबाउट 25% ऑफ द वर्ल्ड्स पॉपुलेशन इज़ विदाउट सेफ ड्रिंकिंग वाटर। इस वेले हाल है
पूरी दुनिया की 1/4 पॉपूलेशन जिहड़ी है ਉਹਦੇ ਕੋਲ साफ पीण वाला पानी अवेलेबल नहीं है। सो एज अ ग्लोबल सिटीजन इस धरती के वसनीक होने के नाते साढ़े कुछ फर्ज बनते हैं कि असीं पानी की वेस्टेज ना करिए तो पानी नूं गंदा ना करिए। करैक्टिव एक्शन जिहड़े असीं की कर सकते हैं एज एन इंडिविजुअल वट शुड वी डू, ठीक है, ताकि 25% लोग बेचारे जिन्होंने पानी भी नहीं मिल रहा वो गिनती घटे तो साढ़े लिए भी पानी की जो घट जड़ा पानी घटी जा रहा है इसकी समस्या साढ़े वास्ते अगे वास्ते बहुत वड्डी ना हो जाए, ठीक है। सो पोल्यूशन एंड वाटर स्केयरसिटी, एक तो पोल्यूशन पानी गंदा होना तो वाटर स्केयरसिटी पानी की थुड़ होनी, पानी घट जाना आर अफेक्टिंग द क्वालिटी ऑफ अवर डेली लाइफ, साड़ी रोज़मर्रा की जिंदगी से बड़ा माड़ा असर पै रहा है। वी ऑल हैव टू रियलाइज, सानू सारे में महसूस करना पेगा कि अवर रिस्पोंसिबिलिटी साड़ी जिम्मेवारी एंड अडॉप्ट एनवायरनमेंट फ्रेंडली प्रैक्टिसेस, तो सानू वो आदतां पानियां चाहिए ने जिहड़ियां साडी वातावरण दे नाल मेल खांदियां होण, वातावरण ठीक करन फॉर द सेक ऑफ अवर नेक्स्ट जनरेशनस, किहदी खातिर साडी आने वाली पीढ़ियां वास्ते एंड अवर प्लैनेट अपने ग्रह वास्ते, मतलब कि जो ग्रह प्लैनेट है जो परमात्मा ने सानू धरती दी है जिहदे बारे गुरु साहब ने कहा पवन गुरु पानी पिता, वो खातिर भी सानू कुछ अपनियां आदतां दे मतलब कि ध्यान देना चाहिए। तो फॉलोइंग पॉइंट्स नीड अटेंशन, हेठ लिखे कुछ नुकते ने जिहड़े साडा ध्यान मंगते हैं, ठीक है, किहड़े किहड़े। लॉज फॉर इंडस्ट्रीयल यूनिट शुड बी स्ट्रिक्टली इनफोर्सड, जिहड़े इंडस्ट्री वास्ते कानून बने हुए हैं कि वो पानी ट्रीट करके बाहर पाण, उन्होंने सख्ती से पैरा देना चाहिए, गौरमेंट को चाहिए कि वो सख्ती से लागू करन, ते जिहड़े करप्ट ऑफिशियल्स ने जिहड़े कि उन्होंने कागज़ां ते पोल्यूशन सर्टिफिकेट दे देंदे ने पर वो सारा गंद सिੱਟੀ जा रहे हैं, उन्होंने नौकरी तो डिसमिस कर देना चाहिए, ठीक है। तो बच्चों तुसी भी जब यह गल चेते रखियो भी तुसी 8th पढ़ी सी, तुसी किते जदों वड्डे हो के अफसर बनो तो तुसी पोल्यूशन बोर्ड में जाओ तो तुसी गल्लां दा ख्याल रखना है कि तुसी यह काम यह पाप नहीं कमाना, ठीक है, कभी रिश्वत वड्डी नहीं लैनी तो इस तरह के काम नहीं करने, ठीक है। सो यह जोड़े सरकार को चाहिए कि ये चीज़ों बारे बड़ा ध्यान देवे, यह सरकार के करने वाले काम ने, ठीक है। सो दैट पोल्यूटेड वाटर इज़ नॉट थ्रोन डायरैक्टली इनटू रिवर्स एंड लेक्स, ताकि झीलों में पॉन्ड्स जो गंदा पानी इंडस्ट्री का फुल ऑफ कैमिकल्स एंड टॉक्सिन्स वो पानी में नहीं सटिया जाए, ठीक है। वाटर ट्रीटमेंट प्लांट शुड बी इंस्टॉल्ड इन ऑल इंडस्ट्रियल एरिया, जिन्ने भी इंडस्ट्रियल एरिया है जिथे कोई ना कोई कैमिकल बाहर आ रहा है, कोई ना कोई गंदा पानी बाहर आ रहा है, कई जगह तो प्लांट लगे नहीं हुआ बिल्कुल भी, कई जगह लगा हुआ है नाम वास्ते लगा दिता है पर उन्होंने वो चलता नहीं रखते क्योंकि उन्होंने चलता रखने लिए वो पार्ट्स बदलने पैंदे ने, वो कुछ कंज्यूमेबल पार्ट्स होंगे ने, उत्ते खर्चा करना पैंदा है। सो ये जोड़े लालची लोग ने इंडस्ट्री के वो अपना पैसा बचाने लिए की करते हैं, वो थोड़े जे हज़ार कुछ रुपए कुछ लाख रुपए वो इंस्पैक्टर को दे देंगे ने, ब्राइब दे देंगे ने, वड्डी दे देंगे ने, तो अपना लखां का खर्चा जो उत्थों दी बचा लेंगे। पर जी साड़ी धरती है साड़ी पानी है तो जी मिट्टी है वह सत्यानाश करते हैं। अगली गल, वी शुड कॉन्शियसली मैंने सुचेत होकर, सहज सुभाए नहीं सानू ध्यान रखना पेगा हर वेले कॉन्शियसली सानू सुचेत होकर सेव वाटर, सानू पानी बचाना चाहिए, असीं बड़ा पानी बर्बाद करते हैं एंड नॉट वेस्ट इट, रिड्यूस रीयूज एंड रीसाइकल, मनी घटाना मुड़ के वरतना तो रीसाइकल करना शुड बी अवर गाइडिंग प्रिंसीपल, सानू साडे ध्यान च रहनी चाहिए, यह साडा एक गाइडिंग प्रिंसीपल होना चाहिए, सानू सेध देने वाला सिद्धांत होना चाहिए कि असीं पानी की वरतों घटाना है, पानी को मुड़ के वरतना है तो पानी को रीसाइकल करना है। वी शुड नॉट अलाउ वाटर टैंक्स टू ओवरफ्लो, बंदे मोटर चला देंगे ने तो सौ जाते हैं तो पानी टैंकी च भर के डुलता रहता है, कितना वड्डा गुनाह है, कितना वड्डा पाप है, सानू बच्चों इदां दे काम नहीं करने चाहिए। लीकिंग वाटर टैप शुड बी रिपेयर्ड विदाउट डिले, घर में देखा टूटी लीक हो रही है तो सारा हूँ ये धार बदली बदली डिगी जा रही है, बूंदा डिगी जा रही है, तो तुम देखो 24 घंटे कितना पानी डुल जाता होगा, है ना, किनिया बाल्टियां पानी वेस्ट चला जाता। सो लीकिंग वाटर टैप दे सानू बिल्कुल भी देरी नहीं करनी चाहिए, प्लंबर को बुला के या वाशर लिया के जो भी है वो टूटी सानू बिल्कुल रिपेयर कर देनी चाहिए ताकि पानी वेस्ट ना जाए। वाटर यूज फॉर वॉशिंग वेजिटेबल्स में भी यूज टू वाटर प्लांट्स इन द गार्डन, हम ऐसी सब्जियां धोती हैं फल धोते हैं वो पानी सारा ठीक ठाक है, कुछ पानी साफ ही है, असीं धोते ही तो मिट्टी लगती है, वो पानी नूं सानू डोल नहीं देना चाहिए, वो पानी असीं बूटियां नूं दे सकते हैं, ठीक है, जो साडे घर गमले हैगे ने या साडे घर कोई बगीची हैगी है, ठीक है। इट इज़ नॉट वाइज, है कोई सियाणी गल नहीं टू लीव द टैप रनिंग एज वी ब्रश अवर टीथ, हुण बंदे ब्रश कर रहे हैं, ब्रश करने 3-4 मिनट लगे तो टूटी खुली रहती है, पानी डुलता रहता है तो ब्रश करते रहते हैं। और स्मीयर एंड रब अवर हैंड्स विद सोप, मैं टूटी खोल के हाथ गिले कर लो फिर बंद कर दो,
ਤੇ ਬੰਦੇ ਕੀ ਕਰਦੇ ਨੇ, ਟੂਟੀ ਚੱਲੀ ਜਾ ਰਹੀ ਹੈ ਤੇ ਹੱਥਾਂ ਨੂੰ ਸਾਬਣ ਲਾਈ ਜਾ ਰਹੇ ਨੇ ਤੇ ਰਗੜੀ ਜਾ ਰਹੇ ਨੇ, ਉਹ 'ਚ ਵੀ ਉਹ 1.5-2 ਮਿੰਟ ਕਈ ਵਾਰ ਲਾ ਦਿੰਦੇ ਨੇ, ਠੀਕ ਹੈ। ਤੇ ਉਹ ਪਾਣੀ ਟੂਟੀ ਜਿਹੜੀ ਖੁੱਲੀ ਰਹਿੰਦੀ ਹੈ, ਤੇ ਸਾਨੂੰ ਬੱਚੋ ਟੂਟੀ ਵੀ ਪੂਰੀ ਫੁੱਲ ਖੋਲ੍ਹਣ ਦੀ ਲੋੜ ਨਹੀਂ ਹੈਗੀ, ਉਹ ਧਾਰ ਨੂੰ ਛੋਟੀ ਰੱਖਣਾ ਚਾਹੀਦਾ ਤਾਂ ਕਿ ਜ਼ਿਆਦਾ ਪਾਣੀ ਵੇਸਟ ਨਾ ਜਾਵੇ। ਬੱਚੋ ਇਹ ਬੜਾ ਵੱਡਾ ਪੁੰਨ ਦਾ ਕੰਮ ਹੋਏਗਾ ਸੰਸਾਰ ਦੇ ਵਾਸਤੇ, ਸਾਰਿਆਂ ਵਾਸਤੇ, ਨਾਲੇ ਪੁੰਨ ਨਾਲੇ ਫਲੀਆਂ। ਇਹ ਤੇ ਬੱਚੋ ਐਸਾ ਕੰਮ ਹੈ ਜਿਹਦੇ 'ਚ ਤੁਹਾਡਾ ਵੀ ਭਲਾ ਹੈ ਤੇ ਬਾਕੀ ਸੰਸਾਰ ਦਾ ਵੀ ਭਲਾ ਹੈ। ਤੇ ਅਗਲੀ ਗੱਲ ਕੀ ਬੱਚੋ, ਅਵੇਅਰਨੈਸ ਸ਼ੁੱਡ ਬੀ ਸਪਰੈਡ ਅਮੰਗ ਆਲ ਦਾ ਪੀਪਲ ਅਬਾਊਟ ਥੀਸ ਇਸ਼ੂਜ਼। ਇਹ ਗੱਲਾਂ ਬਾਰੇ ਆਪਣੇ ਦੋਸਤਾਂ ਨਾਲ, ਆਪਣੇ ਰਿਸ਼ਤੇਦਾਰਾਂ ਨਾਲ, ਆਪਣੇ ਵੱਡਿਆਂ ਨਾਲ ਕਰਨੀ ਚਾਹੀਦੀ ਹੈ। ਤੁਸੀਂ ਮੇਰਾ ਨਾਂ ਲੈ ਕੇ ਦੇਖੋ ਜੀ, ਸਾਡੀ ਕਿਤਾਬ ਜਿੱਦਾਂ ਲਿਖਿਆ, ਦੇਖੋ ਜੀ ਸਰ ਨੇ ਸਾਨੂੰ ਵੀਡੀਓ 'ਚ ਇੱਦਾਂ ਸਮਝਾਇਆ ਹੈ, ਤੁਸੀਂ ਵੀ ਸੁਣੋ। ਸਾਨੂੰ ਪਾਣੀ ਵੇਸਟ ਨਹੀਂ ਕਰਨਾ ਚਾਹੀਦਾ। ਜਦੋਂ ਘਰ ਵਿੱਚ ਮੋਟਰ ਚਲਾਈਏ ਤੇ ਘਰ ਦੇ ਸਾਰੇ ਮੈਂਬਰਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੋਟਰ ਚੱਲਦੀ ਪਈ ਹੈ, ਤੇ ਉਹਨਾਂ 'ਚੋਂ, ਘਰ ਦੇ ਮੈਂਬਰਾਂ 'ਚੋਂ ਇੱਕ ਅੱਧੇ ਬੰਦੇ ਦੀ ਡਿਊਟੀ ਇਸ ਗੱਲ 'ਤੇ ਹੋਣੀ ਚਾਹੀਦੀ ਹੈ ਕਿ ਇਸ ਗੱਲ 'ਤੇ ਨਿਗਾਹ ਰੱਖੇ ਕਿ ਜਿੱਦਾਂ ਹੀ ਟੈਂਕੀ ਭਰਨ ਵਾਲੀ ਹੋਵੇ ਉਹ ਫਟ ਸੁੱਚ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਕਿ ਪਾਣੀ ਬਿਲਕੁਲ ਵੀ ਵੇਸਟ ਨਾ ਜਾਵੇ। ਸੋ ਬੱਚਿਓ, ਤੁਸੀਂ ਇਹ ਲੈਸਨ ਪੜ੍ਹ ਕੇ, ਸੁਣ ਕੇ, ਤੁਸੀਂ ਆਪਣੇ ਘਰ ਦੇ ਵੱਡਿਆਂ ਦੇ ਨਾਲ ਵੀ ਇਹ ਗੱਲ ਸਾਂਝੀ ਕਰਨੀ ਹੈ ਤੇ ਇਹਨਾਂ ਆਦਤਾਂ ਨੂੰ ਅਪਣਾਉਣਾ ਹੈ। ਇਹ ਸਾਡੇ ਸਾਰਿਆਂ ਦੇ ਪੱਲੇ ਵਿੱਚ ਹੈ। ਸੋ ਪਿਆਰੇ ਵਿਦਿਆਰਥੀਓ, ਇਸ ਵੀਡੀਓ ਦੇ ਨਾਲ ਇਹ ਜਿਹੜਾ ਚੈਪਟਰ ਤੁਹਾਡਾ 18 ਹੈਗਾ, ਇਹ ਵੀ ਇਹਦੇ ਕੀਵਰਡਸ ਇੱਥੇ ਹੀ ਸਮਾਪਤ ਹੁੰਦੇ ਹਨ। ਅਗਲੇ ਵੀਡੀਓ ਵਿੱਚ ਅਸੀਂ ਇਸ ਚੈਪਟਰ ਦੀ ਜਿਹੜੀ ਐਕਸਰਸਾਈਜ਼ ਹੈ ਉਹ ਤੁਹਾਡੇ ਲਈ ਲੈ ਕੇ ਆਵਾਂਗੇ। ਸੋ ਤੁਸੀਂ ਇਸੇ ਤਰ੍ਹਾਂ ਡਟ ਕੇ, ਮਿਹਨਤ ਦੇ ਨਾਲ, ਅਨੁਸ਼ਾਸਨ ਦੇ ਨਾਲ, ਡੈਡੀਕੇਸ਼ਨ ਦੇ ਨਾਲ, ਨਿਰੰਤਰਤਾ ਦੇ ਨਾਲ ਆਪਣੀ ਪੜ੍ਹਾਈ ਕਰਦੇ ਰਹੋ ਅਤੇ ਅੱਗੇ ਵਧਦੇ ਰਹੋ। ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।